ਤਾਂ ਦੋਸਤੋ ਸਵਾਗਤ ਹੈ ਸਾਡੇ YouTube ਚੈਨਲ ਦੇ ਵਿੱਚ ਸਾਡੇ YouTube ਚੈਨਲ ਅਲਮਾ ਮੈਟਰ ਦੇ ਵਿੱਚ। ਤਾਂ ਅੱਜ ਆਪਾਂ ਗੱਲ ਕਰਦੇ ਹਾਂ ਮਾਸਟਰ ਕੈਡਰ ਦੇ ਫਿਜ਼ਿਕਸ ਦੇ ਸਿਲੇਬਸ ਦੇ ਵਿੱਚ ਇਲੈਕਟ੍ਰੋਸਟੈਟਿਕਸ ਦੀ। ਠੀਕ ਹੈ, ਤਾਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਜਿਹੜਾ ਆਪਣੇ ਕੋਲ ਸਿਲੇਬਸ ਹੈ ਇਲੈਕਟ੍ਰੋਸਟੈਟਿਕਸ ਹੈ ਤੇ ਇੱਕ ਮੈਗਨੈਟੋਸਟੈਟਿਕਸ, ਮਤਲਬ ਇਲੈਕਟ੍ਰਿਸਿਟੀ ਹੈ ਤੇ ਮੈਗਨੈਟਿਜ਼ਮ ਹੈ। ਠੀਕ ਹੈ, ਤਾਂ ਇਲੈਕਟ੍ਰੋਸਟੈਟਿਕਸ ਵਾਲਾ ਜਿਹੜਾ ਪੋਰਸ਼ਨ ਹੈ ਇਹਦੇ 'ਚ ਆਪਾਂ ਪੜ੍ਹਨਾ ਹੈ ਇਲੈਕਟ੍ਰਿਕ ਚਾਰजेस ਬਾਰੇ, ਉਹਨਾਂ ਦੀ ਪ੍ਰੋਪਰਟੀਜ਼ ਬਾਰੇ, ਕੂਲਮ ਲਾ ਹੋਏਗਾ। ਫਿਰ ਇਲੈਕਟ੍ਰਿਕ ਫੀਲਡ ਪੁਆਇੰਟ ਚਾਰਜ ਕਰਕੇ ਹੋਏਗੀ, ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ ਹੋਣਗੇ ਇਹਦੇ ਵਿੱਚ। ਫੀਲਡ ਜਿਹੜੀ ਹੋਏਗੀ ਇਲੈਕਟ੍ਰਿਕ ਫੀਲਡ, ਇਲੈਕਟ੍ਰਿਕ ਡਾਈਪੋਲ ਹੋਏਗਾ, ਇਲੈਕਟ੍ਰਿਕ ਫੀਲਡ ਲਾਈਨਸ ਹੋਣਗੀਆਂ, ਮੈਗਨੈਟਿਕ ਫੀਲਡ ਲਾਈਨਸ ਹੋਣਗੀਆਂ, ਗਾਉਸ ਥਿਊਰਮ ਹੋਏਗੀ ਤੇ ਗਾਉਸ ਥਿਊਰਮ ਦੀਆਂ ਜਿਹੜੀਆਂ ਐਪਲੀਕੇਸ਼ਨਸ ਹੋਣਗੀਆਂ। ਠੀਕ ਹੈ, ਉਸ ਤੋਂ ਬਾਅਦ ਹੈ ਕਰਲ ਆਫ ਇਲੈਕਟ੍ਰਿਕ ਫੀਲਡ ਦੀ ਜਿਹੜਾ ਕਰਲ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਰਿਲੇਸ਼ਨ ਬਿਟਵੀਨ ਪੋਟੈਂਸ਼ੀਅਲ ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਰਿਲੇਸ਼ਨ ਹੈ। ਦੈਨ ਲੈਪਲਸ ਤੇ ਪੋਇਜ਼ਨ ਇਕੁਏਸ਼ਨਸ ਹੋਣਗੀਆਂ, ਉਹਨਾਂ ਦੀ ਐਪਲੀਕੇਸ਼ਨ ਹੋਣਗੀਆਂ। ਇਲੈਕਟ੍ਰਿਕ ਫੀਲਡ ਅਲੱਗ-ਅਲੱਗ ਚਾਰਜ ਡਿਸਟ੍ਰੀਬਿਊਸ਼ਨ ਕਰਕੇ, ਇੱਕ ਵਾਇਰ ਕਰਕੇ, ਰਿੰਗ ਕਰਕੇ, ਡਿਸਕ ਕਰਕੇ, ਸਫੈਰੀਕਲ ਸ਼ੀਟ ਜਾਂ ਸਫੀਅਰ ਕਰਕੇ ਜਾਂ ਡਾਈਪੋਲ ਕਰਕੇ, ਇਹਨਾਂ ਸਾਰਿਆਂ ਵਾਸਤੇ ਇਲੈਕਟ੍ਰਿਕ ਫੀਲਡ ਤੇ એનર્ਜੀ ਆਫ ਅ ਪੁਆਇੰਟ ਚਾਰਜ, ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ, ਕੰਡਕਟਰ, ਇਲੈਕਟ੍ਰੋਸਟੈਟਿਕ ਫੀਲਡ। ਉਸ ਤੋਂ ਬਾਅਦ ਆ ਗਿਆ ਕੈਪੈਸਿਟਰ, ਕਰੰਟ ਤੇ ਕਰੰਟ ਡੈਂਸਿਟੀ ਹੋ ਗਿਆ। ਦੈਨ ਡ੍ਰਿਫਟ ਵੈਲੋਸਿਟੀ, ਮਤਲਬ ਆਹ ਜਿਹੜਾ ਆਹ ਵਾਲਾ ਪੋਰਸ਼ਨ ਹੈ ਡ੍ਰਿਫਟ ਵੈਲੋਸਿਟੀ ਵਾਲਾ, ਆਹ ਵਾਲਾ ਜਿਹੜਾ ਪੋਰਸ਼ਨ ਹੈ ਇਹ ਕਰੰਟ ਇਲੈਕਟ੍ਰਿਸਿਟੀ ਜਾਏਗਾ, ਕਰੰਟ ਇਲੈਕਟ੍ਰਿਸਿਟੀ। ਠੀਕ ਹੈ, ਆਹ ਉੱਪਰ ਵਾਲਾ ਜਿਹੜਾ ਸੀ ਇਹ ਹੁੰਦਾ ਹੈ ਸਟੈਟਿਕ ਇਲੈਕਟ੍ਰਿਸਿਟੀ ਦਾ ਪਾਰਟ, ਸਟੈਟਿਕ ਇਲੈਕਟ੍ਰਿਸਿਟੀ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ। ਜਿੰਨਾ ਕੋਸ਼ਿਸ਼ ਕਰਾਂਗੇ ਇੱਕ ਲੈਕਚਰ ਵਿੱਚ, ਨਹੀਂ ਤਾਂ ਦੋ ਵਿੱਚ ਜਾਂ ਤਿੰਨ ਵਿੱਚ ਕੋਸ਼ਿਸ਼ ਕਰਾਂਗੇ ਜਿੰਨਾ ਆਪਾਂ ਕਵਰ ਕਰ ਪਾਏ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਇਲੈਕਟ੍ਰਿਕ ਚਾਰਜ ਦੇ ਬਾਰੇ ਪੜ੍ਹਾਂਗੇ। ਤਾਂ ਇਲੈਕਟ੍ਰਿਕ ਚਾਰਜ ਕਿਸੇ ਵੀ ਚੀਜ਼ ਦੀ ਉਹ ਫੰਡਾਮੈਂਟਲ ਪ੍ਰੋਪਰਟੀ ਹੁੰਦੀ ਹੈ ਜਿਹਦੇ ਕਰਕੇ ਕੋਈ ਵੀ ਚੀਜ਼ ਆਪਦੀ ਕਿਸੇ ਚੀਜ਼ ਨੂੰ ਆਪਦੇ ਵੱਲੇ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਠੀਕ ਹੈ, ਤਾਂ ਇਲੈਕਟ੍ਰਿਕ ਚਾਰਜ ਨੂੰ ਕਿਉ ਨਾਲ ਡਿਨੋਟ ਕਰਿਆ ਜਾਂਦਾ ਹੈ। ਠੀਕ ਹੈ, ਤੇ ਇਲੈਕਟ੍ਰਿਕ ਚਾਰਜ ਦੀ ਜਿਹੜੀ ਯੂਨਿਟ ਹੁੰਦੇ ਨੇ ਉਹ ਹੁੰਦੇ ਨੇ ਕੂਲਮ। ਠੀਕ ਹੈ ਜੀ, ਤੇ ਇਲੈਕਟ੍ਰਿਕ ਚਾਰਜ ਸਭ ਤੋਂ ਜਿਹੜਾ ਫੰਡਾਮੈਂਟਲ ਇਲੈਕਟ੍ਰਿਕ ਚਾਰਜ ਹੁੰਦਾ, ਫੰਡਾਮੈਂਟਲ ਇਲੈਕਟ੍ਰਿਕ ਚਾਰਜ ਉਹ ਇਲੈਕਟ੍ਰੋਨ ਤੇ ਹੁੰਦਾ। ਨੈਗੇਟਿਵ ਚਾਰਜ ਉਹਦੀ ਹੁੰਦੀ ਵੈਲਿਊ 1.6 ਟੂ 10 ਰੇਜ਼ ਟੂ ਪਾਵਰ -19 ਕੂਲਮ। ਠੀਕ ਹੈ, ਤੇ ਇੱਕ ਕੂਲਮ ਜਿਹੜਾ ਚਾਰਜ ਹੁੰਦਾ ਉਹ ਇੱਕ ਇਲੈਕਟ੍ਰੋਨ ਚਾਰਜ ਤੋਂ ਵੱਡਾ ਹੁੰਦਾ। ਇੱਕ ਕੂਲਮ ਚਾਰਜ ਜਿਹੜਾ ਇੱਕ ਕੂਲਮ ਚਾਰਜ ਜਿਹੜਾ ਹੈ ਉਹ ਇੱਕ ਇਲੈਕਟ੍ਰੋਨ ਤੋਂ ਵੱਡਾ ਹੁੰਦਾ। ਤੇ ਜੇ ਆਪਾਂ ਗੱਲ ਕਰੀਏ ਇੱਕ ਕੂਲਮ ਦੀ, ਆਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਇੱਕ ਕੂਲਮ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ? ਤਾਂ 1.6 ਇੰਟੂ 10 ਰੇਜ਼ ਟੂ ਪਾਵਰ -19 ਕੂਲਮ ਇੱਕ ਇਲੈਕਟ੍ਰੋਨ ਤੇ ਚਾਰਜ ਹੁੰਦਾ। ਤੇ ਉਹਦੇ ਤੇ ਜਿਹੜੇ ਇਲੈਕਟ੍ਰੋਨ ਹੁੰਦੇ ਨੇ ਉਹ ਜਦੋਂ ਆਪਣੇ ਕੋਲ 6.25 ਇੰਟੂ 10 ਰੇਜ਼ ਟੂ ਪਾਵਰ 18 ਇਲੈਕਟ੍ਰੋਨ ਆਪਾਂ ਕੰਬਾਈਨ ਕਰਦੇ ਹਾਂ ਤਾਂ ਆਪਣੇ ਕੋਲ ਕੀ ਹੈ, ਇੱਕ ਕੂਲਮ ਚਾਰਜ ਬਣਦਾ। ਠੀਕ ਹੈ ਜੀ, ਤੇ ਚਾਰਜ ਨੂੰ ਮੈਜ਼ਰ ਕਰਨ ਵਾਸਤੇ ਜਿਹੜਾ ਇੰਸਟਰੂਮੈਂਟ ਹੁੰਦਾ ਉਹ ਇਲੈਕਟ੍ਰੋਸਕੋਪ ਹੁੰਦਾ। ਆਪਾਂ ਇਲੈਕਟ੍ਰੋਸਕੋਪ ਵਰਤਿਆ ਜਾਂਦਾ ਹੈ ਚਾਰਜ ਨੂੰ ਮੈਜ਼ਰ ਕਰਨ ਵਾਸਤੇ, ਕਿਸੇ ਵੀ ਚੀਜ਼ ਤੇ ਕਿਸੇ ਵੀ ਜਗ੍ਹਾ ਤੇ ਕਿੰਨਾ ਚਾਰਜ ਹੈ ਜਾਂ ਉਹ ਆਬਜੈਕਟ ਚਾਰਜ ਹੈ ਜਾਂ ਨਹੀਂ ਹੈ, ਤਾਂ ਇਹ ਸਾਰਾ ਕੁਝ ਕੈਲਕੂਲੇਟ ਕਰਨ ਵਾਸਤੇ ਆਪਾਂ ਇਲੈਕਟ੍ਰੋਸਕੋਪ ਇੰਸਟਰੂਮੈਂਟ ਹੁੰਦਾ ਉਹ ਯੂਜ਼ ਕਰਦੇ ਹਾਂ। ਠੀਕ ਹੈ, ਚਲਿਏ ਨੈਕਸਟ ਪ੍ਰੋਪਰਟੀਜ਼ ਆਫ ਇਲੈਕਟ੍ਰਿਕ ਚਾਰਜ। ਇਲੈਕਟ੍ਰਿਕ ਚਾਰਜ ਦੀਆਂ ਪ੍ਰੋਪਰਟੀਜ਼ ਕੀ ਹੁੰਦੀਆਂ ਨੇ? ਸੇਮ ਜਿਹੜੇ ਚਾਰਜ ਹੋਣਗੇ ਉਹ ਇੱਕ ਦੂਜੇ ਨੂੰ ਰਿਪੈਲ ਕਰਦੇ ਨੇ, ਤੇ ਜਿਹੜੇ ਓਪੋਜ਼ਿਟ ਚਾਰਜ ਨੇ ਉਹ ਕੀ ਅਟਰੈਕਟ ਕਰਦੇ ਨੇ। ਠੀਕ ਹੈ, ਇਹ ਚਾਰਜ ਦੀ ਫਸਟ ਪ੍ਰੋਪਰਟੀ ਹੈ। ਠੀਕ ਹੈ, ਚਾਰਜ ਜਿਹੜਾ ਐਲੀਮੈਂਟਰੀ ਚਾਰਜ ਹੁੰਦਾ, ਐਲੀਮੈਂਟਰੀ ਚਾਰਜ ਜਿਹੜਾ ਹੁੰਦਾ ਉਹ ਇਲੈਕਟ੍ਰੋਨ ਤੇ ਹੁੰਦਾ ਤੇ ਇਹਦੀ ਵੈਲਿਊ 1.6 ਇੰਟੂ 10 ਰੇਜ਼ ਟੂ ਪਾਵਰ -19 ਕੂਲਮ ਹੁੰਦੀ ਹੈ। ਜਿਹੜਾ ਚਾਰਜ ਹੁੰਦਾ ਚਾਰਜ ਅਨਵੇਰੀਐਂਟ ਹੁੰਦਾ, ਚਾਰਜ ਇਜ਼ ਇਨਵੇਰੀਐਂਟ ਦਾ ਮਤਲਬ ਇਹ ਹੁੰਦਾ ਚਾਰਜ ਤੇ ਸਪੀਡ ਦਾ ਕੋਈ ਇਫੈਕਟ ਨਹੀਂ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਜੇ ਗੱਲ ਕਰੀਏ ਚਾਰਜ ਦੀ, ਤਾਂ ਚਾਰਜ ਵੈਕਟਰ ਕੁਆਂਟਿਟੀ ਹੁੰਦੀ ਹੈ, ਸੌਰੀ ਚਾਰਜ ਸਕੇਲਰ ਕੁਆਂਟਿਟੀ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਥੋੜ੍ਹੀਆਂ ਜਿਹੀਆਂ ਪ੍ਰੋਪਰਟੀਜ਼, ਚਾਰਜ ਐਡੀਟਿਵ ਨੇਚਰ ਦਾ ਹੁੰਦਾ ਹੈ, ਇਟ ਇਜ਼ ਐਡੀਟਿਵ
ਇਨ ਨੇਚਰ। ਐਡੀਟਿਵ ਇਨ ਨੇਚਰ ਦਾ ਮਤਲਬ ਹੈ ਆਪਣੇ ਕੋਲ ਕੋਈ ਓਬਜੈਕਟ ਹੈ ਜਿਹਦੇ 'ਤੇ ਇੱਕ ਓਬਜੈਕਟ ਜਿਹਦੇ 'ਤੇ ਚਾਰਜ Q1 ਹੈ, ਦੂਸਰੀ ਦੇ ਚਾਰਜ Q2 ਹੈ, ਤੀਸਰੀ ਦੇ ਚਾਰਜ Q3 ਹੈ, ਤਾਂ ਆਪਾਂ ਟੋਟਲ ਚਾਰਜ ਕੈਲਕੂਲੇਟ ਕਰਨਾ ਹੈ ਤਾਂ ਉਹ ਉਹਨਾਂ ਸਾਰਿਆਂ ਦਾ ਆਪਾਂ ਕੀ ਕਰ ਸਕਦੇ ਹਾਂ, ਸਮ ਕਰ ਦਾਂਗੇ ਤਾਂ ਆਪਣੇ ਕੋਲ ਕੀ ਹੈ, ਟੋਟਲ ਚਾਰਜ ਆ ਜਾਏਗਾ। ਠੀਕ ਹੈ ਜੀ, ਤਾਂ ਇਹ ਆਪਣੇ ਕੋਲ ਚਾਰਜ ਦੀਆਂ ਕੁਝ ਪ੍ਰੋਪਰਟੀਜ਼ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਕੂਲਮਸ ਲਾ। ਠੀਕ ਹੈ, ਤਾਂ ਕੂਲਮ ਲਾ ਦੇ ਵਿੱਚ ਕੀ ਹੁੰਦਾ, ਦੋ ਆਪਣੇ ਕੋਲ ਚਾਰਜ ਨੇ। ਆਹ ਇੱਕ ਚਾਰਜ ਹੈ Q1, ਦੂਸਰਾ ਆਪਣੇ ਕੋਲ ਚਾਰਜ ਹੈ Q2 ਅਤੇ ਉਹਨਾਂ ਦੇ ਵਿੱਚ ਦਾ ਜਿਹੜਾ ਡਿਸਟੈਂਸ ਹੈ ਉਹ ਹੈ R। ਠੀਕ ਹੈ, ਤਾਂ ਇਹ ਚਾਰਜ ਜੇਕਰ ਤਾਂ ਸੇਮ ਨੇਚਰ ਦੇ ਨੇ, ਠੀਕ ਹੈ, ਤਾਂ ਫਿਰ ਰਿਪੈਲ ਕਰਨਗੇ। ਜੇ ਓਪੋਜ਼ਿਟ ਨੇਚਰ ਦੇ ਨੇ ਤਾਂ ਫਿਰ ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਠੀਕ ਹੈ, ਜਿਹੜੀ ਇਹਨਾਂ ਦੀ ਰਿਪਲਸ਼ਨ ਅਤੇ ਅਟਰੈਕਸ਼ਨ ਵਾਲੀ ਜੋ ਵੀ ਜਿਹੜੀ ਫੋਰਸ ਹੋਏਗੀ, ਉਹ ਫੋਰਸ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ ਇਹਨਾਂ ਦੇ ਮੈਗਨੀਟਿਊਡ ਦੇ। ਠੀਕ ਹੈ, ਅਤੇ ਇਨਵਰਸਲੀ ਪ੍ਰਪੋਰਸ਼ਨਲ ਹੋਏਗੀ ਇਹਨਾਂ ਦੇ ਡਿਸਟੈਂਸ ਦੇ। ਮਤਲਬ ਜਿੰਨਾ ਇਹਨਾਂ ਦਾ ਮੈਗਨੀਟਿਊਡ ਜ਼ਿਆਦਾ ਹੋਏਗਾ ਉਨੀ ਫੋਰਸ ਜ਼ਿਆਦਾ ਹੋਏਗੀ, ਜਿੰਨਾ ਇਹਨਾਂ ਦਾ ਡਿਸਟੈਂਸ ਜ਼ਿਆਦਾ ਹੋਏਗਾ ਉਨੀ ਫੋਰਸ ਥੋੜ੍ਹੀ ਹੋਏਗੀ। ਤੈਨੂੰ ਤੁਹਾਨੂੰ ਜਦੋਂ ਆਪਾਂ ਕੰਬਾਈਨ ਕਰਾਂਗੇ ਤਾਂ F ਇਜ਼ ਇਕੁਅਲ ਟੂ Q1 Q2 ਬਾਈ R ਸਕੁਏਅਰ। ਤਾਂ ਇੱਕ ਆਪਣੇ ਕੋਲ ਕੌਂਸਟੈਂਟ ਯੂਜ਼ ਕਰਾਂਗੇ K। ਠੀਕ ਹੈ, ਤਾਂ ਆਹ ਜਿਹੜਾ ਇਹਦੇ ਵਿੱਚ K ਕੌਂਸਟੈਂਟ ਯੂਜ਼ ਕਰਿਆ ਜਾਂਦਾ ਉਹ ਹੁੰਦਾ 1/4πε0। ਠੀਕ ਹੈ, ਜਿਹੜਾ ਕੌਂਸਟੈਂਟ ਯੂਜ਼ ਕਰਿਆ ਜਾਂਦਾ ਉਹ ਹੁੰਦਾ 1/4πε0। ਠੀਕ ਹੈ, ਅਤੇ ਜਿਹਦੇ ਵਿੱਚ 1/4πε0 ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ 9 into 10 raised to power 9। ਠੀਕ ਹੈ, ਅਤੇ ਜਿਹੜਾ ਇਹਦੇ ਵਿੱਚ ਐਪਸਾਈਲਨ ਹੁੰਦਾ, ਐਪਸਾਈਲਨ ਦੀ ਜਿਹੜੀ ਵੈਲਿਊ ਹੈ ਉਹ ਹੁੰਦੀ ਹੈ 8.854 into 10 raised to power 19, 10 raised to power -12 ਸੌਰੀ। ਤਾਂ ਆਪਣੇ ਕੋਲ ਜਿਹੜੀ K ਦੀ ਜਿਹੜੀ ਵੈਲਿਊ ਹੈ, ਜੇ ਐਪਸਾਈਲਨ ਨੋਟ ਦੀ ਵੈਲਿਊ ਦੀ ਗੱਲ ਕਰੀਏ ਤਾਂ 10 raised to power 9 into 10 raised to power 9 ਨਿਊਟਨ ਮੀਟਰ ਸਕੇਅਰ ਪਰ ਕੂਲਮ ਸਕੇਅਰ। ਠੀਕ ਹੈ, ਤਾਂ ਆਹ ਜਿਹੜੀ ਵੈਲਿਊ ਹੈ ਇਹ ਕਾਫੀ ਇੰਪੋਰਟੈਂਟ ਹੈ, ਕਈ ਵਾਰੀ ਪੇਪਰ ਵਿੱਚ ਡਾਇਰੈਕਟਲੀ ਪੁੱਛੀ ਜਾਂਦੀ ਹੈ। ਜਿਹੜੀ ਆਹ ਵੈਲਿਊ ਹੈ, ਸੌਰੀ ਇਹ ਐਪਸਾਈਲਨ ਨੋਟ ਦੀ ਵੈਲਿਊ ਨਹੀਂ ਹੈ, ਇਹ 1/4πε0 ਦੀ ਵੈਲਿਊ ਹੈ। ਠੀਕ ਹੈ, ਜਿਹੜੀ ਆਹ ਆਪਣੇ ਕੋਲ ਵੈਲਿਊ ਹੈ 1/4πε0 ਦੀ ਵੈਲਿਊ, ਅਤੇ ਜਿਹਦੇ 'ਚੋਂ ਆਪਾਂ ਐਪਸਾਈਲਨ ਨੋਟ ਦੀ ਵੈਲਿਊ ਕੱਢਣੀ ਤਾਂ ਉਹ ਹੋਏਗੀ 8.854 into 10 raised to power -12। ਠੀਕ ਹੈ, ਅਤੇ ਇਹ ਹੋਏਗੀ, ਇਹਦੇ ਜਿਹੜੇ ਯੂਨਿਟ ਹੋਣਗੇ ਉਹ ਹੋਣਗੇ ਕੂਲਮ ਸਕੇਅਰ ਪਰ ਨਿਊਟਨ ਪਰ ਮੀਟਰ ਸਕੇਅਰ। ਠੀਕ ਹੈ, ਆਹ ਦੋ ਵੈਲਿਊਜ਼ ਨੇ। ਠੀਕ ਹੈ, ਇਹਨੂੰ ਐਪਸਾਈਲਨ ਨੋਟ ਨੂੰ ਕਹਿ ਦਿੰਦੇ ਨੇ ਐਬਸੋਲਿਊਟ ਪਰਮਿਟਿਵਿਟੀ। ਐਬਸੋਲਿਊਟ permittivity। ठीक है, या permittivity of free space। ठीक है जी, ਤਾਂ ਕੂਲਮ ਲਾ ਦੇ ਅਕੋਰਡਿੰਗ ਜੇ ਆਪਾਂ ਫੋਰਸ ਫਾਈਂਡ ਕਰਨੀ ਤਾਂ ਉਹ ਹੋਏਗੀ F ਇਜ਼ ਇਕੁਅਲ ਟੂ 1/4πε0 Q1 Q2 ਬਾਈ R ਸਕੇਅਰ। ਠੀਕ ਹੈ ਜੀ, ਆਹ ਆਪਣੇ ਕੋਲ ਕੀ ਹੋਏਗਾ, ਫੋਰਸ ਦਾ ਫਾਰਮੂਲਾ ਹੋਏਗਾ। ਠੀਕ ਹੈ, ਅਤੇ ਜੇ ਇਹੀ ਆਪਾਂ ਇਹਨੂੰ ਵੈਕਟਰ ਫੋਰਮ 'ਚ ਲਿਖਣਾ ਹੋਏ ਤਾਂ ਆਹ ਆਪਣੇ ਕੋਲ ਵੈਕਟਰ ਫੋਰਮ 'ਚ ਲਿਖਿਆ ਜਾਵੇਗਾ, ਕੂਲਮ ਲਾ ਇਨ ਵੈਕਟਰ ਫੋਰਮ। ਇਹਦੇ ਵਿੱਚ F ਵੈਕਟਰ ਫੋਰਸ ਵੈਕਟਰ ਕੁਆਂਟਿਟੀ 1/4πε0 Q1 Q2 ਦੋਨੋਂ ਸਕੇਲਰ ਨੇ, R ਅਤੇ ਨਾਲ ਇੱਕ ਯੂਨਿਟ ਵੈਕਟਰ। ਠੀਕ ਹੈ, ਆਹ ਚੀਜ਼ ਇਵੇਂ ਆਪਾਂ ਲਿਖ ਸਕਦੇ ਹਾਂ F ਇਜ਼ ਇਕੁਅਲ ਟੂ 1/4πε0। ਹੁਣ ਆਪਾਂ ਵੈਕਟਰ ਫੋਰਮ 'ਚ ਲਿਖਣਾ ਤਾਂ ਉੱਪਰ ਇੱਕ ਵੈਕਟਰ ਆ ਗਿਆ Q1 Q2 ਬਾਈ R ਸਕੇਅਰ ਅਤੇ ਨਾਲ ਇੱਕ ਯੂਨਿਟ ਵੈਕਟਰ R ਕੈਪ। ਅਤੇ ਜੇ ਯੂਨਿਟ ਵੈਕਟਰ ਨਹੀਂ ਲਿਖਣਾ ਤਾਂ ਫਿਰ ਆਪਾਂ ਇਵੇਂ ਲਿਖ ਸਕਦੇ ਹਾਂ Q1 Q2 ਬਾਈ R ਸਕੇਅਰ ਦੇ ਨਾਲ R ਵੈਕਟਰ ਅਪੋਨ R, ਜਿਹੜੀ ਕੰਬਾਈਨ ਹੋ ਕੇ ਆਪਣੇ ਕੋਲ 1/4πε0 Q1 Q2 ਬਾਈ R ਕਿਊਬ ਦੇ ਨਾਲ ਇੱਕ R ਵੈਕਟਰ ਬਣ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਜਦੋਂ ਆਪਾਂ ਕੂਲਮ ਲਾ ਦੀ ਗੱਲ ਕਰਦੇ ਹਾਂ, ਕੂਲਮ ਲਾ ਦੇ
तो दो ਕੌਨਸੀਕੁਐਂਸ ਨਿਕਲਦੇ ਨੇ। ਪਹਿਲਾ ਤਾਂ ਜਦੋਂ ਆਪਾਂ ਜਿਹੜੀ ਆਹ ਫੋਰਸ ਹੈ, ਜਿਹੜੀ ਵੀ ਕੋਲੰਬਿਕ ਫੋਰਸ ਹੈ, ਉਹ ਆਰ ਦੇ ਅਲੋਂਗ ਲੱਗਦੀ ਹੈ, ਠੀਕ ਹੈ। ਜਿਹੜੀ ਕੂਲੰਬ ਵਾਲੀ ਫੋਰਸ ਹੈਗੀ ਹੈ ਉਹ ਆਰ ਦੇ ਅਲੋਂਗ ਲੱਗਦੀ, ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਇਹ ਸੈਂਟਰਲ ਫੋਰਸ ਹੋ ਗਈ, ਠੀਕ ਹੈ। ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਹੁੰਦੀ ਹੈ ਉਹ ਸੈਂਟਰਲ ਫੋਰਸ ਹੁੰਦੀ, ਸੈਂਟਰਲ ਫੋਰਸ ਉਹ ਹੁੰਦੀ ਹੈ ਜਿਹੜੀ ਜਿਹੜੇ ਓਬਜੈਕਟ ਤੋਂ ਜਿਹੜੇ ਓਬਜੈਕਟ ਦੇ ਵਿਚਕਾਰ ਲੱਗ ਰਹੀ ਹੈ, ਤਾਂ ਉਹਨਾਂ ਦੇ ਸੈਂਟਰ ਦੇ ਵਿੱਚੋਂ ਇੱਕ ਲਾਈਨ ਜਿਹੜੀ ਹੈ ਉਹ ਲੰਘ ਕੇ ਜਾਵੇ ਅਤੇ ਉਸ ਲਾਈਨ 'ਚੋਂ ਪਾਸ ਕਰੇ, ਉਸ ਫੋਰਸ ਨੂੰ ਆਪਾਂ ਕੀ ਕਹਾਂਗੇ, ਇਹ ਫੋਰਸ ਜਿਹੜੀ ਹੋਏਗੀ ਸੈਂਟਰਲ ਫੋਰਸ ਹੋਏਗੀ, ਠੀਕ ਹੈ। ਅਤੇ ਇਹਦੇ ਤੋਂ ਇਹ ਵੀ ਪਤਾ ਲੱਗਦਾ ਜੇ ਇੱਕ ਚਾਰਜ Q1 ਹੈ, ਦੂਸਰਾ ਚਾਰਜ Q2 ਹੈ, ਤਾਂ Q1 ਜਿੰਨਾ Q2 'ਤੇ ਫੋਰਸ ਲਾ ਰਿਹਾ, Q2 ਵੀ ਉਨੀ ਫੋਰਸ ਹੀ ਉਹਦੇ 'ਤੇ ਲਾਏਗਾ, ਬਸ ਡਾਇਰੈਕਸ਼ਨ ਦਾ ਫਰਕ ਹੋਏਗਾ। ਯਾਨੀ ਕਿ F12 ਜਿੰਨੀ ਵੀ ਹੋਈ F21 ਉਹਦੇ ਬਰਾਬਰ ਹੋਏਗੀ, ਬਸ ਇੱਕ ਮਾਈਨਸ ਦਾ ਫਰਕ ਹੋਏਗਾ, ਠੀਕ ਹੈ ਜੀ। ਤਾਂ ਇਹ ਸੀ ਆਪਣੇ ਕੋਲ ਕੂਲਮ ਲਾ, ਠੀਕ ਹੈ। ਕੂਲਮ ਲਾ ਤੋਂ ਬਾਅਦ ਟਰਮਾਂ ਦੀ ਇਲੈਕਟ੍ਰਿਕ ਫੀਲਡ, ਠੀਕ ਹੈ ਜੀ। ਤਾਂ ਇਲੈਕਟ੍ਰਿਕ ਫੀਲਡ ਨੂੰ E ਨਾਲ ਡਿਨੋਟ ਕਰਦੇ ਹਾਂ, ਅਤੇ ਇਲੈਕਟ੍ਰਿਕ ਫੀਲਡ ਇੱਕ ਵੈਕਟਰ ਕੁਆਂਟਿਟੀ ਹੁੰਦੀ ਹੈ, ਠੀਕ ਹੈ। ਤਾਂ ਇਲੈਕਟ੍ਰਿਕ ਫੀਲਡ ਦਾ ਮਤਲਬ ਇਹ ਹੁੰਦਾ ਕਿਸੇ ਵੀ ਚਾਰਜ ਦੇ ਅਰਾਊਂਡ, ਕਿਸੇ ਵੀ ਚਾਰਜ ਦੇ ਅਰਾਊਂਡ ਕਿੰਨੀ ਉਹਦਾ ਜਗ੍ਹਾ ਹੈ, ਕਿੰਨੀ ਉਹਦੀ ਸਪੇਸ ਹੈ, ਜਿੱਥੇ ਉਹਦਾ ਆਪਾਂ ਇਫੈਕਟ ਇਨਫਲੂਐਂਸ ਕਰ ਸਕਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਇਲੈਕਟ੍ਰਿਕ ਫੀਲਡ, ਠੀਕ ਹੈ। ਅਤੇ ਇਲੈਕਟ੍ਰਿਕ ਫੀਲਡ ਦਾ ਜਿਹੜਾ ਫੋਰਮੂਲਾ ਹੁੰਦਾ ਉਹ ਆ ਹੁੰਦਾ, ਇਲੈਕਟ੍ਰਿਕ ਫੀਲਡ ਨੂੰ ਆਪਾਂ ਲਿਖਦੇ ਹਾਂ ਫੋਰਸ ਡਿਵਾਈਡਡ ਬਾਈ ਚਾਰਜ, ਠੀਕ ਹੈ। ਅਤੇ ਇਹਦੇ ਜਿਹੜੇ ਯੂਨਿਟ ਹੋਣਗੇ, ਫੋਰਸ ਦੇ ਨਿਊਟਨ, ਚਾਰਜ ਦੇ ਕੂਲਮ, ਤਾਂ ਇਲੈਕਟ੍ਰਿਕ ਫੀਲਡ ਦੇ ਜਿਹੜੇ ਯੂਨਿਟ ਹੋ ਗਿਆ ਉਹ ਹੋ ਗਏ ਨਿਊਟਨ ਪਰ ਕੂਲਮ, ਠੀਕ ਹੈ। ਅਤੇ ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਇਵੇਂ ਵੀ ਲਿਖ ਦਿੰਦੇ ਨੇ, ਇਲੈਕਟ੍ਰਿਕ ਫੀਲਡ ਕਿਸੇ ਵੀ ਜਗ੍ਹਾ 'ਤੇ ਲਿਮਿਟ ਮਤਲਬ ਛੋਟੇ ਤੋਂ ਛੋਟਾ ਇੱਕ ਜ਼ੀਰੋ ਚਾਰਜ, ਜਿਹਨੂੰ ਆਪਾਂ ਟੈਸਟ ਚਾਰਜ ਕਹਿ ਸਕਦੇ ਹਾਂ, ਉਹਦੇ 'ਤੇ ਕਿੰਨੀ ਫੋਰਸ ਲੱਗਦੀ ਪਈ ਹੈ, ਠੀਕ ਹੈ, ਕਿਸੇ ਵੀ ਪੁਆਇੰਟ 'ਤੇ, ਉਹਨੂੰ ਆਪਾਂ ਕੀ ਕਹਾਂਗੇ ਇਲੈਕਟ੍ਰਿਕ ਫੀਲਡ। ਅਤੇ ਜਿਹੜੀ ਇਲੈਕਟ੍ਰਿਕ ਫੀਲਡ ਹੈ ਇਹ ਵੈਕਟਰ ਪੁਆਇੰਟ ਫੀਲਡ ਹੁੰਦੀ ਹੈ। ਤਾਂ ਇਲੈਕਟ੍ਰਿਕ ਫੀਲਡ ਨੂੰ ਇਵੇਂ ਵੀ ਲਿਖ ਦਿੰਦੇ ਨੇ E ਵੈਕਟਰ ਇਜ਼ ਇਕੁਅਲ ਟੂ E ਦੇ ਨਾਲ R, ਮਤਲਬ R ਜਿਹੜੀ ਆ ਉਹ ਵੈਕਟਰ ਨੂੰ ਰਿਪਰਜੈਂਟ ਕਰਦੀ ਹੈ, ਠੀਕ ਹੈ। ਜਾਂ ਇਲੈਕਟ੍ਰਿਕ ਫੀਲਡ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਵੇਂ ਵੀ ਲਿਖ ਦਿੰਦੇ ਨੇ, ਮਤਲਬ ਫੋਰਸ ਐਕਸਪੀਰੀਅੰਸਡ ਪਰ ਯੂਨਿਟ ਚਾਰਜ ਐਟ ਰੈਸਟ ਸਟੇਟ ਐਟ ਦੈਟ ਪੁਆਇੰਟ ਆਫ ਸਪੇਸ, ਮਤਲਬ ਸਪੇਸ ਵਿੱਚ ਕਿਸੇ ਵੀ ਪੁਆਇੰਟ 'ਤੇ ਇੱਕ ਚਾਰਜ, ਇੱਕ ਯੂਨਿਟ ਚਾਰਜ 'ਤੇ ਕਿੰਨੀ ਫੋਰਸ ਲੱਗਦੀ ਪਈ ਕਿਸੇ ਚਾਰਜ ਕਰਕੇ, ਤਾਂ ਉਹ ਉਸ ਜਗ੍ਹਾ 'ਤੇ ਉਹਦੀ ਇਲੈਕਟ੍ਰਿਕ ਫੀਲਡ ਨੂੰ ਰਿਪਰਜੈਂਟ ਕਰੇਗਾ, ਠੀਕ ਹੈ ਜੀ। ਚਲਿਏ ਨੈਕਸਟ ਉਸ ਤੋਂ ਬਾਅਦ ਨੇ ਚਾਰਜ ਡੈਂਸਿਟੀ। ਤਾਂ ਚਾਰਜ ਡੈਂਸਿਟੀ ਜਾਂ ਚਾਰਜ ਡਿਸਟਰੀਬਿਊਸ਼ਨ ਤਿੰਨ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ। ਮਤਲਬ ਇਹਦੇ ਵਿੱਚ ਹੁੰਦਾ ਡਿਸਟਿੰਕਟ ਚਾਰਜ ਡਿਸਟਰੀਬਿਊਸ਼ਨ ਅਤੇ ਕੰਟੀਨਿਊਸ ਚਾਰਜ ਡਿਸਟਰੀਬਿਊਸ਼ਨ, ਠੀਕ ਹੈ। ਤਾਂ ਚਾਰਜ ਡਿਸਟਰੀਬਿਊਸ਼ਨ ਦੇ ਵਿੱਚ ਆਪਾਂ ਕੰਟੀਨਿਊਸ ਚਾਰਜ ਡਿਸਟਰੀਬਿਊਸ਼ਨ ਬਾਰੇ ਪੜ੍ਹਾਂਗੇ, ਠੀਕ ਹੈ। ਕੰਟੀਨਿਊਸ ਚਾਰਜ ਡਿਸਟਰੀਬਿਊਸ਼ਨ, ਠੀਕ ਹੈ। ਤਾਂ ਕੰਟੀਨਿਊਸ ਚਾਰਜ ਡਿਸਟਰੀਬਿਊਸ਼ਨ ਜਿਹੜੇ ਨੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਸਭ ਤੋਂ ਪਹਿਲਾਂ LCD, ਮਤਲਬ ਲੀਨੀਅਰ ਚਾਰਜ ਡੈਂਸਿਟੀ, ਇਹਨੂੰ ਕਹਿੰਦੇ ਲੈਮਡਾ। ਜਦੋਂ ਚਾਰਜ ਡਿਸਟਰੀਬਿਊਟ ਕਰਿਆ ਹੋਵੇ ਅਲੋਂਗ ਆ ਲਾਈਨ, ਮਤਲਬ ਇੱਕ ਆਪਣੇ ਕੋਲ ਲਾਈਨ ਹੈ, ਉਸ ਲਾਈਨ ਦੇ ਉੱਤੇ ਉੱਤੇ ਆਪਾਂ ਚਾਰਜ ਰੱਖ ਦਿੱਤਾ, ਠੀਕ ਹੈ। ਉਹਨੂੰ ਆਪਾਂ ਕੀ ਕਹਿੰਦੇ ਹਾਂ ਲੀਨੀਅਰ ਚਾਰਜ ਡੈਂਸਿਟੀ, ਠੀਕ ਹੈ। ਅਤੇ ਲੀਨੀਅਰ ਚਾਰਜ ਡੈਂਸਿਟੀ ਦੇ ਵਿੱਚ ਆਪਾਂ ਜੇ ਮੰਨ ਲਓ Q ਚਾਰਜ ਟੋਟਲ ਰੱਖਿਆ, ਠੀਕ ਹੈ, L ਲੈਂਥ 'ਤੇ ਰੱਖਿਆ ਹੈ, ਤਾਂ ਲੈਮਡਾ ਇਜ਼ ਇਕੁਅਲ ਟੂ Q ਬਾਈ L, ਲੈਮਡਾ ਇਜ਼ ਇਕੁਅਲ ਟੂ Q ਬਾਈ L। ਅਤੇ ਜੇ ਆਪਾਂ ਲੀਨੀਅਰ ਚਾਰਜ ਡੈਂਸਿਟੀ ਦੇ ਯੂਨਿਟ ਕੱਢਣੇ ਨੇ ਤਾਂ ਇਹ ਬਣਨਗੇ, ਚਾਰਜ ਦੇ ਬਣ ਗਏ ਕੂਲਮ ਅਤੇ ਇਹਦੇ ਬਣ ਗਏ ਪਰ ਮੀਟਰ। ਤਾਂ ਲੀਨੀਅਰ ਚਾਰਜ ਡੈਂਸਿਟੀ ਦੇ ਜਿਹੜੇ ਯੂਨਿਟ ਨੇ ਉਹ ਕੀ ਹੋਣਗੇ ਕੂਲਮ ਪਰ ਮੀਟਰ, ਠੀਕ ਹੈ ਜੀ। ਉਸ ਤੋਂ ਬਾਅਦ ਸੈਕਿੰਡ ਜਿਹੜੀ ਹੈ ਆਪਣੇ ਕੋਲ ਉਹ ਹੁੰਦੀ ਹੈ ਸਰਫੇਸ ਚਾਰਜ ਡੈਂਸਿਟੀ। ਸਰਫੇਸ ਚਾਰਜ ਡੈਂਸਿਟੀ ਇਹਨੂੰ ਸਿਗਮਾ ਨਾਲ ਡਿਨੋਟ ਕਰਦੇ ਹਾਂ, ਜਦੋਂ ਚਾਰਜ ਕਿਸੇ ਸਰਫੇਸ 'ਤੇ ਪਿਆ ਹੋਵੇ, ਚਾਰਜ ਇਜ਼ ਪ੍ਰੈਜ਼ੈਂਟ ਐਟ ਐਨੀ ਸਰਫੇਸ, ਠੀਕ ਹੈ। ਸਰਫੇਸ 'ਤੇ ਪਿਆ ਹੋਵੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਸਰਫੇਸ ਚਾਰਜ ਡੈਂਸਿਟੀ, ਇਹਨੂੰ ਸਿਗਮਾ ਨਾਲ ਡਿਨੋਟ ਕਰਿਆ ਜਾਂਦਾ। ਅਤੇ ਜੇ ਆਪਾਂ ਸਿਗਮਾ ਕੈਲਕੂਲੇਟ ਕਰਨਾ ਤਾਂ Q ਬਾਈ A, ਮਤਲਬ ਚਾਰਜ ਟੋਟਲ ਕਿੰਨੇ ਅਤੇ ਟੋਟਲ ਆਪਣਾ ਏਰੀਆ ਕਿੰਨਾ, ਠੀਕ ਹੈ। ਇਹਦੇ ਜੇਕਰ ਯੂਨਿਟ ਕੱਢਣੇ ਹੋ ਤਾਂ ਬਣਨਗੇ ਕੂਲਮ ਪਰ ਮੀਟਰ ਸਕੁਏਅਰ। ਉਸ ਤੋਂ ਬਾਅਦ ਥਰਡ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਨੇ VCD, ਯਾਨੀ ਕਿ ਵੋਲਿਊਮ ਚਾਰਜ ਡੈਂਸਿਟੀ, ਠੀਕ ਹੈ। ਜਦੋਂ ਚਾਰਜ ਨੂੰ ਕਿਸੇ ਵੋਲਿਊਮ 'ਤੇ ਰੱਖਿਆ ਹੈ ਇਹਨੂੰ ਰੋ ਨਾਲ ਡਿਨੋਟ ਕਰਦੇ ਨੇ, ਰੋ ਇਜ਼ ਇਕੁਅਲ ਟੂ Q ਬਾਈ V, ਯਾਨੀ ਕਿ ਆਪਣੇ ਕੋਲ ਲਿਖਿਆ ਜਾਂਦਾ ਚਾਰਜ
अपॉन वॉल्यूम, यानी कि कितना चार्ज किन्ने वॉल्यूम ते डिस्पर्स्ड है, ਤੇ ਇਹਦੇ ਜਿਹੜੇ ਯੂਨਿਟ ਹੁੰਦੇ ਨੇ ਉਹ ਆਪਾਂ ਕਾਹਦੇ ਨਾਲ ਲਿਖਦੇ ਹਾਂ, ਕੂਲਮ ਪਰ ਮੀਟਰ ਕਿਊਬ। ਠੀਕ ਹੈ, ਇਹ ਆਪਣੇ ਕੋਲ ਆ ਗਈਆਂ ਚਾਰਜ ਡੈਂਸਿਟੀਜ਼। ਉਸ ਤੋਂ ਬਾਅਦ ਇਲੈਕਟ੍ਰਿਕ ਫੀਲਡ ਜਿਹੜੀ ਹੁੰਦੀ ਹੈ, ਇਲੈਕਟ੍ਰਿਕ ਫੀਲਡ ਦਾ ਸੁਪਰਪੋਜੀਸ਼ਨ ਆਫ ਇਲੈਕਟ੍ਰਿਕ ਫੀਲਡ। ਸੁਪਰਪੋਜੀਸ਼ਨ ਆਫ ਇਲੈਕਟ੍ਰਿਕ ਫੀਲਡ ਦਾ ਮਤਲਬ ਇਹ ਹੁੰਦਾ ਇੱਕ ਤੋਂ ਜ਼ਿਆਦਾ ਆਪਣੇ ਕੋਲ ਚਾਰਜਿਸ ਨੇ। ਠੀਕ ਹੈ, ਇਹਦੀ ਇਲੈਕਟ੍ਰਿਕ ਫੀਲਡ E1 ਹੈ, ਕਿਸੇ ਦੀ E2 ਹੈ, ਕਿਸੇ ਦੀ E3, ਮਤਲਬ ਇੱਕ ਚਾਰਜ 'ਤੇ ਇੱਕ ਤੋਂ ਜ਼ਿਆਦਾ ਇਲੈਕਟ੍ਰਿਕ ਫੀਲਡ ਆ ਰਹੀਆਂ, ਤਾਂ ਆਪਾਂ ਉਸ ਪੁਆਇੰਟ 'ਤੇ ਟੋਟਲ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨੀ, ਤਾਂ ਆਪਾਂ ਕੀ ਕਰਾਂਗੇ, ਉਹਨਾਂ ਦਾ ਸਮ ਕਰ ਦਾਂਗੇ। ਇਹਨੂੰ ਕੀ ਕਹਿੰਦੇ ਨੇ, ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਠੀਕ ਹੈ, ਤਾਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਪੁੱਛਿਆ ਜਾਵੇ ਤਾਂ ਇੰਡੀਵਿਜ਼ੂਅਲੀ ਜਿੰਨੀਆਂ ਵੀ ਇੱਕ ਪੁਆਇੰਟ 'ਤੇ ਇਲੈਕਟ੍ਰਿਕ ਫੀਲਡ ਆ ਰਹੀਆਂ ਨੇ ਉਹਨਾਂ ਸਾਰਿਆਂ ਦਾ ਸਮ ਕਰ ਦੇਣਾ। ਠੀਕ ਹੈ, ਉਸ ਚੀਜ਼ ਨੂੰ ਆਪਾਂ ਕੀ ਕਹਾਂਗੇ, ਇਲੈਕਟ੍ਰਿਕ ਸੁਪਰਪੋਜੀਸ਼ਨ ਆਫ ਇਲੈਕਟ੍ਰਿਕ ਫੀਲਡ। ਠੀਕ ਹੈ, ਅਤੇ ਜੇ ਆਪਣੇ ਕੋਲ ਡਿਸਟਰੀਬਿਊਸ਼ਨ ਮਤਲਬ ਚਾਰਜ ਡਿਸਟਰੀਬਿਊਸ਼ਨ ਡਿਸਕ੍ਰੀਟ ਹੈਗੇ ਆ ਤਾਂ ਆਪਾਂ ਉਹਨਾਂ ਦਾ ਸਿੰਪਲੀ ਸਮ ਕਰ ਦਾਂਗੇ, ਜੇ ਕੰਟੀਨਿਊਸ ਹੈਗੇ ਆ ਤਾਂ ਫਿਰ ਆਪਾਂ ਇੰਟੀਗ੍ਰੇਸ਼ਨ ਕਰ ਦਾਂਗੇ। ਠੀਕ ਹੈ ਜੀ, ਤਾਂ ਨੈਕਸਟ ਹੈ ਇਲੈਕਟ੍ਰਿਕ ਫੀਲਡ ਡਿਊ ਟੂ ਡਾਈਪੋਲ। ਤਾਂ ਡਾਈਪੋਲ ਪਹਿਲਾਂ ਤਾਂ ਚੀਜ਼ ਕੀ ਹੁੰਦੀ ਹੈ, ਜਦੋਂ ਟੂ ਇਕੁਅਲ ਐਂਡ ਓਪੋਜ਼ਿਟ ਚਾਰਜ, ਦੋ ਇਕੁਅਲ ਤੇ ਓਪੋਜ਼ਿਟ ਚਾਰਜ ਹੋਣ। ਠੀਕ ਹੈ, ਉਹ ਤੇ ਉਹਨਾਂ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ, ਮਤਲਬ ਕੁਝ ਡਿਸਟੈਂਸ 'ਤੇ ਰੱਖੇ ਹੋਣ। ਨੋਰਮਲੀ ਆਪਾਂ ਡਿਸਟੈਂਸ 2a ਲਿਖਦੇ ਹੁੰਦੇ ਕੈਲਕੂਲੇਸ਼ਨਸ ਵਾਸਤੇ। ਠੀਕ ਹੈ, ਡਿਸਟੈਂਸ 2a 'ਤੇ ਪਏ ਹੋਣ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ, ਡਾਈਪੋਲ। ਕਿ ਆਹ ਮੰਨ ਲਓ ਚਾਰਜ Q ਪਲੱਸ ਦਾ ਹੈ, ਆਹ ਚਾਰਜ ਮਾਈਨਸ ਦਾ Q ਹੈ, ਤਾਂ ਆਹ ਇੱਕ ਡਾਈਪੋਲ ਬਣ ਗਿਆ ਜੇਕਰ ਡਿਸਟੈਂਸ 2a ਹੈ। ਠੀਕ ਹੈ, ਤਾਂ ਇੱਕ ਮਤਲਬ ਇਹਨਾਂ ਦੇ ਪੈਰਾਮੀਟਰ P ਡਿਫਾਈਨ ਕਰਿਆ ਜਾਂਦਾ, P ਨੂੰ ਕਹਿੰਦੇ ਨੇ ਡਾਈਪੋਲ ਮੂਵਮੈਂਟ, ਤਾਂ ਉਹ ਲਿਖੀ ਜਾਂਦੀ ਹੈ Q ਇੰਟੂ 2a। ਠੀਕ ਹੈ, ਤਾਂ ਡਾਈਪੋਲ ਮੂਵਮੈਂਟ ਜਿਹੜੀ ਹੈ P ਹੋ ਗਈ, P ਵੈਕਟਰ, ਅਤੇ ਇਹਨੂੰ ਇਹਦੇ ਜਿਹੜੇ ਯੂਨਿਟ ਬਣਨਗੇ, ਚਾਰਜ ਦੇ ਯੂਨਿਟ ਹੋ ਗਿਆ ਕੂਲਮ, ਇਹਦੇ ਹੋ ਗਿਆ ਮੀਟਰ। ਠੀਕ ਹੈ, ਤਾਂ ਡਾਈਪੋਲ ਮੂਵਮੈਂਟ ਦੇ ਜਿਹੜੇ ਯੂਨਿਟ ਨੇ, ਠੀਕ ਹੈ, ਉਹ ਕਿੰਨੇ ਹੋ ਗਏ, ਕੂਲਮ ਪਰ ਮੀਟਰ। ਇਹ ਆਪਣੇ ਕੋਲ ਹੋ ਗਈ ਇਲੈਕਟ੍ਰਿਕ ਡਾਈਪੋਲ। ਠੀਕ ਹੈ, ਉਸ ਤੋਂ ਬਾਅਦ ਨੇ ਜਦੋਂ ਆਪਾਂ ਇਲੈਕਟ੍ਰਿਕ ਡਾਈਪੋਲ ਦੀ ਗੱਲ ਕਰਦੇ ਹਾਂ ਤਾਂ ਇਲੈਕਟ੍ਰਿਕ ਡਾਈਪੋਲ 'ਤੇ ਕੁਝ ਪੁਆਇੰਟ ਹੁੰਦੇ ਨੇ ਜਿਨ੍ਹਾਂ 'ਤੇ ਆਪਾਂ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਦੇ ਹਾਂ। ਠੀਕ ਹੈ, ਤਾਂ ਇਲੈਕਟ੍ਰਿਕ ਫੀਲਡ ਕਿਵੇਂ ਕੈਲਕੂਲੇਟ ਕਰਦੇ ਹਾਂ, ਤਾਂ ਇਹਦੇ ਵਿੱਚ ਇਲੈਕਟ੍ਰਿਕ ਡਾਈਪੋਲ ਵਾਸਤੇ ਆਪਾਂ ਇਲੈਕਟ੍ਰਿਕ ਫੀਲਡ ਕਾਊਂਟ ਕਰਨ ਵਾਸਤੇ ਮੇਨਲੀ ਦੋ ਪੁਆਇੰਟ ਯੂਜ਼ ਕਰਦੇ ਹਾਂ, ਇਲੈਕਟ੍ਰਿਕ ਐਕਸੀਅਲ ਪੁਆਇੰਟ ਅਤੇ ਇਕੁਈਟੋਰੀਅਲ ਪੁਆਇੰਟ। ਠੀਕ ਹੈ, ਜਿਵੇਂ ਆਹ ਮੰਨ ਲਓ ਆਪਣੇ ਕੋਲ ਇੱਕ ਇਲੈਕਟ੍ਰਿਕ ਡਾਈਪੋਲ ਹੈਗਾ। ਠੀਕ ਹੈ, ਡਾਈਪੋਲ 'ਤੇ ਆਹ ਮਾਈਨਸ Q ਚਾਰਜ ਹੈ, ਆਹ ਪਲੱਸ Q ਚਾਰਜ ਹੈ। ਆਹ ਵਾਲਾ ਜਿਹੜਾ ਆਹ ਵਾਲਾ ਡਿਸਟੈਂਸ ਹੈਗਾ ਇਹ ਆਪਣੇ ਕੋਲ ਹੈਗਾ 2a। ਠੀਕ ਹੈ, ਤਾਂ ਇਸ ਲਾਈਨ ਦੇ ਅਲੋਂਗ ਹੀ ਕਿਸੇ ਲਾਈਨ 'ਤੇ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ, ਮੰਨ ਲਓ P ਪੁਆਇੰਟ 'ਤੇ ਫਾਈਂਡ ਕਰਨੀ ਹੈ। ਠੀਕ ਹੈ, ਤਾਂ ਇਹ ਹੋਏਗਾ ਐਕਸੀਅਲ ਪੁਆਇੰਟ। ਅਤੇ ਜੇ ਇਸ ਲਾਈਨ ਦੇ ਪਰਪੈਂਡੀਕੂਲਰ ਇੱਕ ਲਾਈਨ 'ਤੇ ਫਾਈਂਡ ਕਰਨੀ ਹੈ, ਠੀਕ ਹੈ, ਮੰਨ ਲਓ ਆਹ ਪੁਆਇੰਟ Q ਹੈ, ਆਹ ਜਿਹੜਾ Q ਹੋਏਗਾ ਇਹਨੂੰ ਕਹਾਂਗੇ ਇਕੁਈਟੋਰੀਅਲ ਪੁਆਇੰਟ। ਠੀਕ ਹੈ, ਅਤੇ ਜੇ ਆਪਾਂ ਇੱਕ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ ਹੈ P ਪੁਆਇੰਟ 'ਤੇ ਤਾਂ ਇਹ ਬਣੇਗੀ 1/4 ਪਾਈ ਐਪਸਾਈਲਨ ਨੋਟ। ਅਤੇ ਜੇ ਆਹ ਇਹਦਾ ਸੈਂਟਰ O ਹੈ, ਆਹ ਵਾਲਾ ਜਿਹੜਾ ਡਿਸਟੈਂਸ ਹੈ ਤਾਂ ਆਹ ਵਾਲਾ ਜਿਹੜਾ ਡਿਸਟੈਂਸ ਹੈਗਾ ਇਹਦੇ ਸੈਂਟਰ ਤੋਂ ਇਹ R ਹੋਇਆ। ਠੀਕ ਹੈ, ਤਾਂ ਫਿਰ ਆਪਾਂ ਜਿਹੜੀ ਇਲੈਕਟ੍ਰਿਕ ਫੀਲਡ ਦੀ ਜਿਹੜੀ ਵੈਲਿਊ ਹੋਏਗੀ ਉਹ ਹੋਏਗੀ 2PR ਅਪੋਨ R ਸਕੇਅਰ ਮਾਈਨਸ A ਸਕੇਅਰ ਦਾ ਸਕੇਅਰ। ਠੀਕ ਹੈ, P ਆਪਣੇ ਕੋਲ ਕੀ ਹੈ, ਐਕਸੀਅਲ ਉਹਦੀ ਜਿਹੜੀ ਡਾਈਪੋਲ ਮੂਵਮੈਂਟ ਹੈ। ਠੀਕ ਹੈ, P ਨੂੰ ਆਪਾਂ Q ਇੰਟੂ 2a ਵੀ ਲਿਖ ਸਕਦੇ ਹਾਂ।
ठीक है। तो ये अपने को होगी एक्सियल पॉइंट ਤੇ ठीक है। तो जे ਹੁਣ ਆਪਾਂ ਗੱਲ ਕਰੀਏ ਇਕੁਇਟੋਰੀਅਲ पॉइंट ਤੇ ਤਾਂ ਇਕੁਇਟੋਰੀਅਲ पॉइंट ਤੇ ਹੁੰਦੀ ਹੈ ਇਲੈਕਟ੍ਰਿਕ ਫੀਲਡ ਦੀ ਜਿਹੜੀ ਵੈਲਿਊ ਹੋਏਗੀ ਉਹ ਹੋਏਗੀ 1/4 ਪਾਈ ਐਪਸਾਈਲਨ ਨੋਟ 1/4 ਪਾਈ ਐਪਸਾਈਲਨ ਨੋਟ ਪੀ ਜਿਹੜੀ ਉਹਦੀ ਡਾਈਪੋਲ ਮੂਵਮੈਂਟ ਹੋਏਗੀ अपॉन आर स्केयर प्लस ए स्केयर प्लस ए स्केयर दी पावर 3/2 ठीक है। आह वाला डिस्टेंस भी आप आर ही मान के चलते हैं ठीक है। ਤਾਂ ਆਹ ਜਿਹੜੀਆਂ ਦੋ ਵੈਲਿਊਜ਼ ਨੇ ਇਹ ਆਪਾਂ ਨੂੰ ਯਾਦ ਰੱਖਣੀਆਂ ਪੈਣਗੀਆਂ। ਅਤੇ ਜੇਕਰ ਇੱਕ ਕਈ ਵਾਰੀ ਕੁਐਸਚਨ ਆ ਜਾਂਦਾ ਮਤਲਬ ਜਨਰਲੀ ਆਪਾਂ ਕਿਸੇ ਪੁਆਇੰਟ 'ਤੇ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨੀ ਹੈ ਠੀਕ ਹੈ। ਤਾਂ ਜਨਰਲ ਜਿਹੜਾ ਫਾਰਮੂਲਾ ਹੁੰਦਾ ਇਲੈਕਟ੍ਰਿਕ ਫੀਲਡ ਦਾ ਉਹ ਆਹ ਹੁੰਦਾ ਉਹ ਹੁੰਦਾ 1/4 ਪਾਈ ਐਪਸਾਈਲਨ ਨੋਟ ਦੇ ਨਾਲ 2 ਇਹ ਹੋਏਗਾ 1/4 ਪਾਈ ਐਪਸਾਈਲਨ ਨੋਟ P/r³ ਦੇ ਨਾਲ ਆਪਣੇ ਕੋਲ ਹੋਏਗਾ 1+3 ਕੋਸ ਸਕੇਅਰ ਥੀਟਾ ਦੀ ਪਾਵਰ ਹਾਫ ठीक है। ये हो गया मतलब इलेक्ट्रिक फील्ड एट एनी पॉइंट ऑफ डाइपोल एट एनी पॉइंट ऑफ डाइपोल मतलब किसी भी डाइपोल ਦੇ ਕਿਸੇ ਵੀ ਮਤਲਬ ਕਿਸੇ ਵੀ ਪੁਆਇੰਟ ਤੇ ਕੈਲਕੂਲੇਟ ਕਰਨਾ ਠੀਕ ਹੈ। ਜੇ ਆਪਾਂ ਐਕਸੀਅਲ ਦੀ ਗੱਲ ਕਰ ਰਹੇ ਹਾਂ ਤਾਂ ਐਕਸੀਅਲ ਵਾਸਤੇ ਥੀਟਾ 0 ਹੋਏਗਾ ਜਦੋਂ ਆਪਾਂ ਥੀਟਾ 0 ਪੁੱਟ ਕਰਾਂਗੇ ਤਾਂ ਆਹ ਵੈਲਿਊ ਆ ਜਾਏਗੀ ਤੇ ਜਦੋਂ ਆਪਾਂ ਉਧਰ ਪੁੱਟ ਕਰਾਂਗੇ ਥੀਟਾ 0 ਹੋਏਗਾ ਐਕਸੀਅਲ ਵਾਸਤੇ ਤੇ ਥੀਟਾ 90 ਹੋਏਗਾ ਇਕੁਇਟੋਰੀਅਲ ਵਾਸਤੇ ਠੀਕ ਹੈ ਜੀ। ਇੱਕ ਐਕਸੀਅਲ ਵਾਸਤੇ ਤੇ ਇੱਕ ਇਕੁਇਟੋਰੀਅਲ ਵਾਸਤੇ ਠੀਕ ਹੈ। ਤੇ ਜੇਕਰ ਗੱਲ ਕਰੇ ਨਾ ਕਈ ਵਾਰੀ ਕੁਐਸਚਨ ਆ ਜਾਂਦਾ ਹੈ ਐਕਸੀਅਲ ਤੇ ਇਕੁਇਟੋਰੀਅਲ ਦੀ ਜਿਹੜੀ ਇਲੈਕਟ੍ਰਿਕ ਫੀਲਡ ਹੈ ਸ਼ਾਰਟ ਦੀ ਫਾਈਂਡ ਕਰਨੀ ਹੈ ਠੀਕ ਹੈ। ਜਦੋਂ ਆਪਾਂ ਨੂੰ ਸ਼ਾਰਟ ਦੀ ਫਾਈਂਡ ਕਰਨ ਵਾਸਤੇ ਕਹੇ ਤਾਂ ਫਿਰ ਕੀ ਹੈ ਆਪਾਂ ਏ ਨੂੰ ਲਗਭਗ 0 ਮਤਲਬ ਅਪਰੋਕਸੀਮੇਟਲੀ 0 ਪੁੱਟ ਕਰ ਦੇਣਾ ਕਿਉਂਕਿ ਆਰ ਜਿਹੜਾ ਉਹ ਬਹੁਤ ਜ਼ਿਆਦਾ ਏ ਤੋਂ ਮਤਲਬ ਵੱਡਾ ਹੈ। ਇਹ ਜਿਹੜਾ ਕੀ ਹੈ ਮਤਲਬ ਡਿਸਟੈਂਸ ਜਿਹੜਾ ਦੋਨਾਂ ਪੁਆਇੰਟਸ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹਦਾ ਹਾਫ ਹੈ ਤਾਂ ਉਹਦਾ ਹਾਫ ਕੀ ਹੈ ਜਿਹੜਾ ਕਾਫੀ ਥੋੜ੍ਹਾ ਹੋਏਗਾ ਠੀਕ ਹੈ ਜੀ। ਤਾਂ ਉਹਦੇ ਵਿੱਚ ਫਿਰ ਆਪਾਂ ਆਹ ਜਿਹੜਾ ਇਹ ਲਿਖਿਆ ਹੈ ਇਹਨੂੰ ਵੀ 0 ਪੁੱਟ ਕਰ ਦਾਂਗੇ ਅਤੇ ਇਹਨੂੰ ਵੀ 0 ਪੁੱਟ ਕਰ ਦਾਂਗੇ ਠੀਕ ਹੈ ਜੀ। ਉਸ ਤੋਂ ਬਾਅਦ ਨੇ ਇਲੈਕਟ੍ਰਿਕ ਫੀਲਡ ਲਾਈਨਸ ਐਂਡ ਫਲਕਸ ਤਾਂ ਇਲੈਕਟ੍ਰਿਕ ਫੀਲਡ ਲਾਈਨਸ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਚਾਰਜ ਦੀ ਇਲੈਕਟ੍ਰਿਕ ਫੀਲਡ ਨੂੰ ਰਿਪ੍ਰਜੈਂਟ ਕਰਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਇਲੈਕਟ੍ਰਿਕ ਫੀਲਡ ਲਾਈਨਸ। ਤਾਂ ਇਲੈਕਟ੍ਰਿਕ ਫੀਲਡ ਲਾਈਨਸ ਹਮੇਸ਼ਾ ਪੋਜ਼ੀਟਿਵ ਤੋਂ ਸਟਾਰਟ ਹੁੰਦੀਆਂ ਨੇ ਅਤੇ ਨੈਗੇਟਿਵ 'ਤੇ ਜਾ ਕੇ ਖਤਮ ਹੁੰਦੀਆਂ ਨੇ। ਇਲੈਕਟ੍ਰਿਕ ਫੀਲਡ ਲਾਈਨਸ ਆਲਵੇਜ਼ ਸਟਾਰਟਸ ਫਰੋਮ ਪੋਜ਼ੀਟਿਵ ਐਂਡ ਐਂਡਸ ਐਟ ਨੈਗੇਟਿਵ ਅਤੇ ਇਲੈਕਟ੍ਰਿਕ ਫੀਲਡ ਲਾਈਨਸ ਕਦੇ ਵੀ ਇੱਕ ਦੂਜੇ ਨੂੰ ਇੰਟਰਸੈਕਟ ਨਹੀਂ ਕਰਦੀਆਂ। ਉਸ ਤੋਂ ਬਾਅਦ ਹੈ ਇਲੈਕਟ੍ਰਿਕ ਫੀਲਡ ਲਾਈਨ ਜੇਕਰ ਚਾਰਜ ਦੋ ਸਿਸਟਮ ਦੀਆਂ ਇੱਕ ਪੋਜ਼ੀਟਿਵ ਚਾਰਜ ਦੀਆਂ ਬਣਾਉਣੀਆਂ ਉਹਨੂੰ ਤਾਂ ਇਹ ਇਵੇਂ ਬਣਨਗੀਆਂ ਮਤਲਬ ਸਾਰੇ ਦੇ ਸਾਰੇ ਐਰੋ ਬਾਹਰ ਨੂੰ। ਜੇ ਇੱਕ ਨੈਗੇਟਿਵ ਚਾਰਜ ਦੀਆਂ ਬਣਾਉਣੀਆਂ ਨੇ ਤਾਂ ਸਾਰੇ ਦੇ ਸਾਰੇ ਐਰੋ ਮਤਲਬ ਜਿੰਨੇ ਮਰਜ਼ੀ ਐਰੋ ਬਣਾ ਦਿਓ ਅੰਦਰ ਨੂੰ ਬਣਾ ਦਿਓ। ਜੇ ਪੋਜ਼ੀਟਿਵ ਦੀਆਂ ਬਣਾਉਣੀਆਂ ਨੇ ਤਾਂ ਆਹ ਇਵੇਂ ਜਾਣਗੀਆਂ ਕਿਉਂਕਿ ਪੋਜ਼ੀਟਿਵ ਨੂੰ ਪੋਜ਼ੀਟਿਵ ਰਿਪੈਲ ਕਰੇਗਾ ਤਾਂ ਇਲੈਕਟ੍ਰਿਕ ਲਾਈਨ ਜਿਹੜੀਆਂ ਨੇ ਉਹ ਆਪਦੇ ਆਪ ਨੂੰ ਇਵੇਂ ਕਰ ਲੈਣਗੇ। ਤਾਂ ਇਲੈਕਟ੍ਰਿਕ ਫੀਲਡ ਲਾਈਨਸ ਕਦੇ ਵੀ ਇੰਟਰਸੈਕਟ ਨਹੀਂ ਕਰਦੀਆਂ ਅਤੇ ਜੇ ਪੋਜ਼ੀਟਿਵ ਅਤੇ ਨੈਗੇਟਿਵ ਦੀਆਂ ਬਣਾਉਣੀਆਂ ਨੇ ਤਾਂ ਪੋਜ਼ੀਟਿਵ ਤੋਂ ਸਟਾਰਟ ਹੋ ਕੇ ਨੈਗੇਟਿਵ ਤੱਕ ਆਹ ਮਤਲਬ ਇਲੈਕਟ੍ਰਿਕ ਫੀਲਡ ਲਾਈਨਸ ਨੂੰ ਇੰਟਰਸੈਕਟ ਨਹੀਂ ਕਰਾਉਣਾ। ਇਲੈਕਟ੍ਰਿਕ ਫੀਲਡ ਲਾਈਨਸ ਕਦੇ ਵੀ ਇੰਟਰਸੈਕਟ ਨਹੀਂ ਕਰਦੀਆਂ ਠੀਕ ਹੈ ਜੀ। ਨੈਕਸਟ ਆ ਗਿਆ ਇਲੈਕਟ੍ਰਿਕ ਫਲਕਸ ਐਂਡ ਗਾਸ ਥਿਓਰਮ। ਤਾਂ ਇਲੈਕਟ੍ਰਿਕ ਫਲਕਸ ਕੀ ਚੀਜ਼ ਹੁੰਦੀ ਹੈ ਤਾਂ ਫਲਕਸ ਦਾ ਮਤਲਬ ਹੁੰਦਾ ਮਤਲਬ ਕਿਸੇ ਵੀ ਚੀਜ਼ ਦੀਆਂ ਲਾਈਨਸ ਜਦੋਂ ਸਰਫੇਸ ਨੂੰ ਨੋਰਮਲੀ ਕ੍ਰੋਸ ਕਰਦੇ ਹਾਂ ਉਹਨੂੰ ਕਹਿੰਦੇ ਆਪਾਂ ਫਲਕਸ। ਜੇ ਇਲੈਕਟ੍ਰਿਕ ਫੀਲਡ ਲਾਈਨਸ ਨੇ ਤਾਂ ਇਹਨੂੰ ਫਾਈ ਨਾਲ ਡਿਨੋਟ ਕਰਦੇ ਹਾਂ। ਈ ਦਾ ਮਤਲਬ ਹੈ ਇਲੈਕਟ੍ਰਿਕ ਫੀਲਡ ਲਾਈਨਸ ਜਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਕਿਸੇ ਸਰਫੇਸ ਨੂੰ ਕ੍ਰੋਸ ਕਰਦੀਆਂ ਨੇ ਉਹਨੂੰ ਕਹਿੰਦੇ ਨੇ ਸਰਫੇਸ ਠੀਕ ਹੈ।
ਤਾਂ ਮਤਲਬ ਜਿਵੇਂ ਆਹ ਆਪਣੇ ਕੋਲ ਸਰਫੇਸ ਹੈ, ਇਹਦੇ ਵਿੱਚੋਂ ਕਿੰਨੀਆਂ ਲਾਈਨਸ ਨੋਰਮਲੀ ਪਾਸ ਕਰ ਰਹੀਆਂ ਨੇ ਉਹਨੂੰ ਕੀ ਕਹਿੰਦੇ ਨੇ, ਫਲਕਸ। ਠੀਕ ਹੈ, ਅਤੇ ਉਸ ਤੋਂ ਬਾਅਦ ਹੈ ਗਾਸ ਥਿਓਰਮ, ਦ ਮੋਸਟ ਇੰਪੋਰਟੈਂਟ ਟੋਪਿਕ ਹੈ ਇਲੈਕਟ੍ਰੋਸਟੈਟਿਕਸ ਦਾ। The theorem is stated as theorem: the net outward electric flux through a closed surface is equal to the sum of the charge inside the closed volume divided by permittivity of space। ਮਤਲਬ ਜਿੰਨਾ ਵੀ ਆਪਣੇ ਕੋਲ ਫਲਕਸ ਹੈਗਾ, ਠੀਕ ਹੈ, ਉਹ ਕਿਹਦੇ ਇਕੁਅਲ ਹੋਏਗਾ, ਇਜ਼ ਇਕੁਅਲ ਟੂ ਦਾ ਸਮ ਆਫ ਦਾ ਟੋਟਲ ਚਾਰਜ, ਮਤਲਬ ਟੋਟਲ ਉਹਦੇ ਕੋਲ ਚਾਰਜ ਕਿੰਨੇ, ਡਿਵਾਈਡਿਡ ਬਾਈ ਐਪਸਾਈਲਨ। ਠੀਕ ਹੈ, ਅਤੇ ਫਲਕਸ ਨੂੰ ਜਦੋਂ ਆਪਾਂ ਫਾਈ ਨੂੰ ਕੈਲਕੂਲੇਟ ਕਰਨਾ ਹੁੰਦਾ, ਇਹ ਇਵੇਂ ਵੀ ਲਿਖ ਦਿੱਤਾ ਜਾਂਦਾ ਹੈ, ਈ ਡੋਟ ਡੀ ਐਸ। ਠੀਕ ਹੈ, ਤਾਂ ਜਿੰਨਾ ਆਪਣੇ ਕੋਲ ਇਲੈਕਟ੍ਰਿਕ ਆਪਣੇ ਕਿਸੇ ਵੀ ਸਰਫੇਸ ਦੇ ਅੰਦਰ ਚਾਰਜ ਹੈਗਾ, ਉਸ ਚਾਰਜ ਨੂੰ ਐਪਸਾਈਲਨ ਨਾਲ ਡਿਵਾਈਡ ਕਰਕੇ ਤਾਂ ਆਪਾਂ ਉਹਦਾ ਫਲਕਸ ਕੈਲਕੂਲੇਟ ਕਰ ਸਕਦੇ ਹਾਂ, ਜਾਂ ਇਲੈਕਟ੍ਰਿਕ ਫੀਲਡ ਦਾ ਲਾਈਨ ਸਰਫੇਸ ਇੰਟੈਗਰਲ। ਠੀਕ ਹੈ, ਦ ਸਰਫੇਸ ਇੰਟੈਗਰਲ ਆਫ ਲਾਈਨ ਇੰਟੈਗਰਲ, ਸੋਰੀ ਇਹਨੂੰ ਇਵੇਂ ਕਹਿ ਦਿੰਦੇ ਨੇ, ਦ ਸਰਫੇਸ ਇੰਟੈਗਰਲ ਆਫ ਇਲੈਕਟ੍ਰਿਕ ਫੀਲਡ, ਸਰਫੇਸ ਇੰਟੈਗਰਲ ਆਫ electric field is equal to 1 by epsilon naught times of the total charge enclosed by that surface। ਉਸ ਸਰਫੇਸ ਦੇ ਵਿੱਚ ਚਾਰਜ ਕਿੰਨਾ ਡਿਵਾਈਡਡ ਹੈ, ਠੀਕ ਹੈ, ਟੋਟਲ ਕਿੰਨਾ ਉਹਦੇ ਵਿੱਚ ਚਾਰਜ ਪ੍ਰੈਜ਼ੈਂਟ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਗਾਉਸ ਲਾ ਦੀਆਂ ਡਿਫਰੈਂਸ਼ੀਅਲ ਅਤੇ ਇੰਟੈਗਰਲ ਫਾਰਮ। ਤਾਂ ਜਦੋਂ ਆਪਾਂ ਨੂੰ ਮਤਲਬ ਇਹਦੇ ਵਿੱਚ ਜਿਹੜੀ ਰੋ ਯੂਜ਼ ਕਰਿਆ, ਰੋ ਦਾ ਮਤਲਬ ਹੈ ਉਹਦੀ ਵੋਲਿਊਮ ਚਾਰਜ ਡੈਂਸਿਟੀ ਹੈ, ਮਤਲਬ ਉਹਦੇ ਕੋਲ ਟੋਟਲ ਚਾਰਜ ਕਿੰਨਾ ਹੈ। ਤਾਂ ਰੋ ਦਾ ਮਤਲਬ ਹੈ ਵੋਲਿਊਮ ਚਾਰਜ ਡੈਂਸਿਟੀ ਜਾਂ ਡਿਸਟਰੀਬਿਊਸ਼ਨ। ਤਾਂ ਜਦੋਂ ਆਪਾਂ ਇੰਟੈਗਰਲ ਫਾਰਮ ਦੀ ਗੱਲ ਕਰਦੇ ਹਾਂ ਤਾਂ ਇਹ ਬਣੇਗੀ ਈ ਡੋਟ ਡੀ ਐਸ ਇਜ਼ ਇਕੁਅਲ ਟੂ 1 ਬਾਈ ਐਪਸਾਈਲਨ ਨੋਟ। ਅੱਗੇ ਆਪਾਂ ਕਿਊ ਲਿਖਦੇ ਸੀ, ਹੁਣ ਆਪਾਂ ਕਿਊ ਦੀ ਜਗ੍ਹਾ 'ਤੇ ਉਹਦਾ ਵੋਲਿਊਮ ਇੰਟੈਗਰਲ ਲਿਖਾਂਗੇ। ਠੀਕ ਹੈ, ਤਾਂ ਰੋ ਦੇ ਨਾਲ ਡੀ ਟੋ। ਠੀਕ ਹੈ, ਅਤੇ ਆਹ ਟੋ ਮਤਲਬ ਟੋ ਡੀ ਟੋ ਲਿਖ ਦਿਓ ਜਾਂ ਡੀ ਵੋਲਿਊਮ ਡੀ ਵੀ ਲਿਖ ਦਿਓ, ਇਹ ਦੋਨੋਂ ਵੋਲਿਊਮ ਐਲੀਮੈਂਟ ਨੇ, ਹੁਣ ਵੋਲਿਊਮ ਰਿਪਰਜੈਂਟ ਕਰਦੇ ਨੇ। ਠੀਕ ਹੈ, ਅਤੇ ਇਹਦੇ ਥੱਲੇ ਐਸ ਲਿਖਿਆ ਹੋਇਆ, ਤਾਂ ਆਹ ਸਰਫੇਸ ਏਰੀਆ ਦਾ ਜਿਹੜਾ ਸਰਫੇਸ ਇੰਟੈਗਰਲ ਉਹਨੂੰ ਰਿਪਰਜੈਂਟ ਕਰਦਾ। ਠੀਕ ਹੈ, ਇਹਨੂੰ ਰਿਪਰਜੈਂਟ ਕਰਨ ਵਾਸਤੇ ਦੋ ਲਾਈਨਸ ਵੀ ਲਗਾਈਆਂ ਜਾ ਸਕਦੀ ਸੀ, ਜੇ ਨੀਚੇ ਐਸ ਲਿਖਦੇ ਤਾਂ ਉਹਦਾ ਮਤਲਬ ਸਰਫੇਸ ਇੰਟੈਗਰਲ ਦੀ ਗੱਲ ਹੋ ਰਹੀ ਹੈ। ਠੀਕ ਹੈ, ਇਹੀ ਇਹਦੀ ਡਿਫਰੈਂਸ਼ੀਅਲ ਫਾਰਮ ਆਫ ਗਾਸ ਥਿਓਰਮ, ਗਾਸ ਲਾ ਦੀ ਜਿਹੜੀ ਡਿਫਰੈਂਸ਼ੀਅਲ ਫਾਰਮ ਹੈ, ਤਾਂ ਇਹਦੇ ਵਿੱਚ ਹੁੰਦਾ ਹੈ ਡਾਈਵਰਜੈਂਸ ਆਫ ਇਲੈਕਟ੍ਰਿਕ ਫੀਲਡ ਡੈਲ ਡੋਟ ਈ ਇਜ਼ ਇਕੁਅਲ ਟੂ ਰੋ ਬਾਈ ਐਪਸਾਈਲਨ ਨੋਟ। ਠੀਕ ਹੈ, ਰੋ ਉਹਦੀ ਚਾਰਜ ਡੈਂਸਿਟੀ ਹੋ ਗਈ, ਅਤੇ ਇਸੇ ਹੀ ਚੀਜ਼ ਨੂੰ ਮੈਕਸਵੈਲਜ਼ ਫਸਟ ਇਕੁਏਸ਼ਨ ਆਫ ਇਲੈਕਟ੍ਰੋਮੈਗਨੈਟਿਜ਼ਮ ਕਹਿੰਦੇ ਨੇ। ਠੀਕ ਹੈ, ਇਸੇ ਚੀਜ਼ ਨੂੰ ਕੀ ਕਹਿੰਦੇ ਨੇ, ਦਿਸ ਇਕੁਏਸ਼ਨ ਇਜ਼ ਆਲਸੋ ਨੋਨ ਐਜ਼ ਮੈਕਸਵੈਲਜ਼ ਫਸਟ ਇਕੁਏਸ਼ਨ ਇਨ ਇਲੈਕਟ੍ਰੋਮੈਗਨੈਟਿਜ਼ਮ। ਇਲੈਕਟ੍ਰੋਮੈਗਨੈਟਿਜ਼ਮ ਦੀ ਫਸਟ ਇਕੁਏਸ਼ਨ ਵੀ ਆਹੀ ਹੁੰਦੀ ਹੈ। ਠੀਕ ਹੈ ਜੀ, ਇਹ ਸੀ ਗਾਸ ਲਾ ਜਾਂ ਗਾਸ ਥਿਓਰਮ। ਠੀਕ ਹੈ, ਉਸ ਤੋਂ ਬਾਅਦ ਨੇ ਐਪਲੀਕੇਸ਼ਨ ਆਫ ਗਾਸ ਲਾ। ਗਾਸ ਲਾ ਦੀਆਂ ਐਪਲੀਕੇਸ਼ਨਸ ਕੀ ਕੀ ਹੁੰਦੀਆਂ ਨੇ, ਮਤਲਬ ਗਾਸ ਲਾ ਨੂੰ ਆਪਾਂ ਕਿੱਥੇ ਕਿੱਥੇ ਅਪਲਾਈ ਕਰਕੇ ਅਤੇ ਇਹਦੇ ਤੋਂ ਕੈਲਕੂਲੇਟ ਕਰਵਾ ਸਕਦੇ ਹਾਂ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਇਲੈਕਟ੍ਰਿਕ ਫੀਲਡ ਡਿਊ ਟੂ ਇਨਫਾਨਾਈਟ ਵਾਇਰ, ਮਤਲਬ ਆਪਣੇ ਕੋਲ ਇੱਕ ਇਨਫਾਨਾਈਟ ਵਾਇਰ ਹੈਗੀ ਹੈ, ਤਾਂ ਉਹਦੇ 'ਤੇ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ ਹੈ। ਇਨਫਾਨਾਈਟ ਪਲੇਨ ਸ਼ੀਟ ਹੈਗੀ, ਉਹਦੇ 'ਤੇ ਫਾਈਂਡ ਕਰਨੀ ਹੈ, ਜਾਂ ਸਫੈਰੀਕਲ ਸ਼ੈੱਲ ਹੈ, ਸਫੈਰੀਕਲ ਸ਼ੈੱਲ ਦੇ ਅੰਦਰ, ਸਫੈਰੀਕਲ ਸ਼ੈੱਲ ਦੇ ਬਾਹਰ, ਜਾਂ ਸਫੈਰੀਕਲ ਕੋਈ ਸਫੀਅਰ ਹੈ, ਤਾਂ ਸਫੈਰੀਕਲ ਸਫੀਅਰ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਹੈ ਆਪਣੇ ਕੋਲ ਇਲੈਕਟ੍ਰਿਕ ਫੀਲਡ ਡਿਊ ਟੂ ਇਨਫਾਨਾਈਟ ਵਾਇਰ। ਜਦੋਂ ਇੱਕ ਇਨਫਾਨਾਈਟ ਵਾਇਰ ਦੀ ਗੱਲ ਕਰੀਏ, ਇਨਫਾਨਾਈਟ ਵਾਇਰ 'ਤੇ ਚਾਰਜ ਮਤਲਬ ਲੀਨੀਅਰਲੀ ਹੋਏਗਾ, ਤਾਂ ਲੀਨੀਅਰ ਚਾਰਜ ਡੈਂਸਿਟੀ ਲੈਮਡਾ ਮੰਨ ਲੈਂਦੇ ਹਾਂ। ਠੀਕ ਹੈ, ਉਹਦੇ 'ਤੇ ਜਿਹੜੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਹੋਏਗੀ ਉਹ ਹੋਏਗੀ ਈ ਇਜ਼ ਇਕੁਅਲ ਟੂ ਲੈਮਡਾ ਬਾਈ 2 ਪਾਈ ਐਪਸਾਈਲਨ ਨੋਟ ਇੰਟੂ ਆਰ। ਆਰ ਉਹ ਪੁਆਇੰਟ ਦਾ ਡਿਸਟੈਂਸ ਹੈ। ਠੀਕ ਹੈ, ਅਤੇ ਇੱਕ ਚੀਜ਼ ਜਿਹੜੀ ਮੇਨ ਇਹਦੇ ਵਿੱਚ ਯਾਦ ਰੱਖਣ ਵਾਲੀ, ਜਿਹੜੀ ਉਹਦੀ ਇਲੈਕਟ੍ਰਿਕ ਫੀਲਡ ਇੰਟੈਂਸ ਮਤਲਬ ਇਲੈਕਟ੍ਰਿਕ ਫੀਲਡ ਹੈ, ਉਹ ਉਹਦੀ ਲੈਂਥ 'ਤੇ ਡਿਪੈਂਡ ਨਹੀਂ ਕਰਦੀ, ਉਹਦੀ ਲੈਂਥ 'ਤੇ ਡਿਪੈਂਡ ਨਹੀਂ ਕਰਦੀ। ਇਲੈਕਟ੍ਰਿਕ ਫੀਲਡ ਉਹਦੀ ਲੈਂਥ ਤੋਂ ਇੰਡੀਪੈਂਡੈਂਟ ਹੁੰਦੀ ਹੈ। ਉਹ ਕਿਹਦੇ 'ਤੇ ਡਿਪੈਂਡ ਕਰਦੀ ਹੈ, ਸਿਰਫ ਉਹਦੀ ਲੀਨੀਅਰ ਚਾਰਜ ਡੈਂਸਿਟੀ 'ਤੇ, ਮਤਲਬ ਪਰ ਯੂਨਿਟ ਲੈਂਥ ਆਪਾਂ ਕਿੰਨਾ ਚਾਰਜ ਰੱਖਿਆ ਹੋਇਆ ਹੈ ਉਸ ਵਾਇਰ 'ਤੇ, ਉਸ ਚੀਜ਼ 'ਤੇ ਡਿਪੈਂਡ ਕਰਦੀ ਹੈ। ਅਤੇ ਆਰ ਮਤਲਬ ਡਿਸਟੈਂਸ ਆਫ ਓਬਜ਼ਰਵੇਸ਼ਨ, ਯਾਨੀ ਕਿ ਕਿੰਨੀ ਦੂਰ ਆਪਾਂ ਫਾਈਂਡ ਕਰਨਾ। ਠੀਕ ਹੈ, ਤਾਂ ਇਲੈਕਟ੍ਰਿਕ ਫੀਲਡ ਡਿਪੈਂਡ ਕਰਦੀ ਹੈ 1 ਬਾਈ ਆਰ 'ਤੇ। ਠੀਕ ਹੈ, ਤਾਂ ਜਦੋਂ ਇਹਦੇ ਵਿੱਚ ਆਪਾਂ ਗ੍ਰਾਫ ਡਰਾ ਕਰਾਂਗੇ ਆਰ ਅਤੇ ਈ ਦੇ ਵਿੱਚ, ਤਾਂ ਉਹ ਇਵੇਂ ਹਾਈਪਰਬੋਲਿਕ ਬਣੇਗਾ। ਠੀਕ ਹੈ, ਹਾਈਪਰਬੋਲਿਕ ਫੰਕਸ਼ਨ ਬਣੇਗਾ, ਅਤੇ ਜੇ ਇਹੀ ਵੈਕਟਰ ਫਾਰਮ 'ਚ ਲਿਖਣਾ ਤਾਂ ਲੈਮਡਾ ਬਾਈ 2 ਪਾਈ ਐਪਸਾਈਲਨ ਨੋਟ ਆਰ, ਅਤੇ ਨਾਲ ਐਨ ਇੱਕ ਯੂਨਿਟ ਵੈਕਟਰ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਹੈ ਇੱਕ ਪਲੇਨ ਸ਼ੀਟ ਹੋਏ। ਠੀਕ ਹੈ, ਇੱਕ ਪਲੇਨ ਸ਼ੀਟ ਹੋਏ,
ਤਾਂ ਉਹਦੇ 'ਤੇ ਆਪਾਂ ਜਿਹੜਾ ਟੋਟਲ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨਾ ਉਹ ਕਿਵੇਂ ਕੈਲਕੂਲੇਟ ਕਰਾਂਗੇ ਤਾਂ ਇਹਦਾ ਜਿਹੜਾ ਮਤਲਬ ਕਿਸੇ ਵੀ ਇੱਕ ਪਾਰਟੀਕੂਲਰ ਸ਼ੀਟ 'ਤੇ ਕੈਲਕੂਲੇਟ ਕਰਨਾ ਹੋਵੇ ਤਾਂ ਇਹ ਹੋਏਗਾ ਸਿਗਮਾ ਬਾਏ 2 ਐਪਸਾਈਲਨ ਨੋਟ। ਠੀਕ ਹੈ, ਸਿਗਮਾ ਬਾਏ 2 ਐਪਸਾਈਲਨ ਨੋਟ ਉਹਦੀ ਜਿਹੜੀ ਕੀ ਹੈ ਇਲੈਕਟ੍ਰਿਕ ਫੀਲਡ ਦੀ ਵੈਲਿਊ ਹੋਏਗੀ। ਅਤੇ ਇਹਦੇ ਵਿੱਚ ਵੀ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ ਉਹਦੇ ਏਰੀਏ 'ਤੇ ਡਿਪੈਂਡ ਨਹੀਂ ਕਰਦੀ। ਇਲੈਕਟ੍ਰਿਕ ਫੀਲਡ ਇਜ਼ not depends upon area, मतलब ਏਰੀਆ 'ਤੇ ਡਿਪੈਂਡ ਨਹੀਂ ਕਰਦੀ, ਉਹ ਕਾਹਦੇ 'ਤੇ ਡਿਪੈਂਡ ਕਰਦੀ ਇੱਕ ਇਲੈਕਟ੍ਰਿਕ ਫੀਲਡ ਸਰਫੇਸ ਚਾਰਜ ਡੈਂਸਿਟੀ 'ਤੇ ਸਿਰਫ ਉਹਦੀ ਸਰਫੇਸ ਚਾਰਜ ਡੈਂਸਿਟੀ 'ਤੇ ਡਿਪੈਂਡ ਕਰਦੀ ਹੈ, ਮਤਲਬ ਆਪਣੀ ਇਲੈਕਟ੍ਰਿਕ ਫੀਲਡ ਦੀ ਸਰਫੇਸ ਚਾਰਜ ਡੈਂਸਿਟੀ ਕਿੰਨੀ ਹੈ। ਠੀਕ ਹੈ, ਉਸ ਤੋਂ ਬਾਅਦ ਨੇ ਸਫੈਰੀਕਲ ਸ਼ੈਲ ਅਤੇ ਸਫੈਰੀਕਲ ਸਫੀਅਰ। ਤਾਂ ਇਲੈਕਟ੍ਰਿਕ ਫੀਲਡ ਜਦੋਂ ਆਪਾਂ ਸਫੈਰੀਕਲ ਸ਼ੈਲ ਦੀ ਗੱਲ ਕਰਾਂਗੇ ਤਾਂ ਸ਼ੈਲ ਦੇ ਜਿਹੜੀ ਇਲੈਕਟ੍ਰਿਕ ਫੀਲਡ ਹੋਏਗੀ ਉਹ ਜੇ ਉਹਦੇ ਕਿਸੇ ਪੁਆਇੰਟ 'ਤੇ ਆਪਾਂ ਗੱਲ ਕਰਾਂਗੇ ਉਹ ਡਿਸਟੈਂਸ ਆਰ ਹੋਏਗਾ ਤਾਂ ਉਹ ਹੋਏਗੀ E ਇਜ਼ ਇਕੁਅਲ ਟੂ 1/4 ਪਾਈ ਐਪਸਾਈਲਨ ਨੋਟ ਕਿਊ ਬਾਏ ਆਰ ਸਕੇਅਰ। ਠੀਕ ਹੈ, ਅਤੇ ਜੇ ਉਹਦੇ ਅੰਦਰ ਪੁਆਇੰਟ ਹੈ ਸ਼ੈਲ ਦੇ ਇਨਸਾਈਡ ਹੈ ਤਾਂ ਇਨਸਾਈਡ ਇਲੈਕਟ੍ਰਿਕ ਫੀਲਡ ਜ਼ੀਰੋ ਹੋਏਗੀ। ਆਹ ਮੋਸਟ ਇੰਪੋਰਟੈਂਟ ਪਾਰਟ ਹੈ ਗਾਉਸ ਥਿਊਰਮ ਦਾ, ਬਈ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਕਿਸੇ ਵੀ ਕੰਡਕਟਰ ਦੇ ਅੰਦਰ ਆਪਾਂ ਇਲੈਕਟ੍ਰਿਕ ਫੀਲਡ ਦੀ ਗੱਲ ਕਰੀਏ ਤਾਂ ਕਿਸੇ ਵੀ ਕੰਡਕਟਰ ਦੇ ਅੰਦਰ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ ਜ਼ੀਰੋ ਹੋਏਗੀ। ਠੀਕ ਹੈ, ਅਤੇ ਜੇ ਬਾਹਰ ਆਪਾਂ ਕੋਈ ਪੁਆਇੰਟ ਲੈ ਰਹੇ ਹਾਂ ਤਾਂ ਫਿਰ ਜੇ ਉਹਦਾ ਡਿਸਟੈਂਸ ਕੈਪੀਟਲ ਆਰ ਹੈ, ਠੀਕ ਹੈ, ਮੰਨ ਲਓ ਇੱਥੇ ਆਰ ਸਮਾਲ ਆਰ ਆਹ ਕੋਈ ਪੁਆਇੰਟ ਹੈ ਤਾਂ ਇੱਥੇ ਆਪਾਂ ਕਿਊ ਬਾਏ ਆਰ ਮਤਲਬ ਚਲੋ ਆਹ ਵਾਲਾ ਡਿਸਟੈਂਸ ਏ ਮੰਨ ਲੈਂਦੇ ਹਾਂ ਤਾਂ ਆਹ ਵਾਲਾ ਡਿਸਟੈਂਸ ਏ ਸਕੇਅਰ ਹੋਏਗਾ ਅਤੇ ਨਾਲ ਆਪਣੇ ਕੋਲ ਆਰ ਇੱਕ ਯੂਨਿਟ ਵੈਕਟਰ ਹੋਏਗਾ। ਆਹ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੀ ਵੈਲਿਊ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਇਲੈਕਟ੍ਰਿਕ ਫੀਲਡ ਸਫੈਰੀਕਲ ਸਫੀਅਰ। ਠੀਕ ਹੈ, ਇੱਕ ਸਫੈਰੀਕਲ ਸਫੀਅਰ ਦੇ ਵਿੱਚ ਵੀ ਇਲੈਕਟ੍ਰਿਕ ਫੀਲਡ ਦੀ ਸੇਮ ਉਨੀ ਹੀ ਵੈਲਿਊ ਹੋਏਗੀ 1/4 ਪਾਈ ਐਪਸਾਈਲਨ ਨੋਟ ਕਿਊ ਬਾਏ ਆਰ। ਜੇ ਆਰ ਉਹਦੇ ਬਰਾਬਰ ਹੈ ਤਾਂ ਬਰਾਬਰ ਹੋ ਜਾਏਗਾ, ਮਤਲਬ ਜੇ ਉਹਦੇ ਆਪਾਂ ਸਰਫੇਸ 'ਤੇ ਗੱਲ ਕਰ ਰਹੇ ਹਾਂ ਤਾਂ ਸਰਫੇਸ 'ਤੇ ਹੋ ਜਾਏਗਾ, ਜੇ ਆਰ ਗ੍ਰੇਟਰ ਦੈਨ ਆਰ ਹੈ ਤਾਂ ਫਿਰ ਜਿਹੜੀ ਆਹੀ ਵੈਲਿਊ ਹੈ ਉਹਦੇ ਤੋਂ ਬਾਹਰ ਵਾਸਤੇ ਫਿਰ ਇੱਥੇ ਇਸੇ ਹੀ ਚੀਜ਼ ਨੂੰ ਆਪਾਂ ਇਹਦੇ ਨਾਲ ਰਿਪਲੇਸ ਕਰ ਦਾਂਗੇ 1/4 ਪਾਈ ਐਪਸਾਈਲਨ ਨੋਟ ਕਿਊ ਬਾਈ ਆਰ ਸਕੇਅਰ। ਠੀਕ ਹੈ, ਅਤੇ ਇਲੈਕਟ੍ਰਿਕ ਫੀਲਡ ਇਹਦੇ ਅੰਦਰ ਜਿਹੜੀ ਹੈ ਉਹ ਜ਼ੀਰੋ ਨਹੀਂ ਹੋਏਗੀ। ਇਲੈਕਟ੍ਰਿਕ ਫੀਲਡ ਇਹਦੇ ਅੰਦਰ ਜ਼ੀਰੋ ਨਹੀਂ ਹੋਏਗੀ, ਜਿੰਨਾ ਡਿਸਟੈਂਸ ਘਟੇਗਾ ਉਸ ਹਿਸਾਬ ਨਾਲ ਉਹਦੀ ਜਿਹੜੀ ਸਰਫੇਸ ਚਾਰਜ ਡੈਂਸਿਟੀ ਉਹ ਵੀ ਘਟ ਜਾਏਗੀ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਇਲੈਕਟ੍ਰਿਕ ਫੀਲਡ ਅਤੇ ਇਲੈਕਟ੍ਰਿਕ ਪੋਟੈਂਸ਼ੀਅਲ ਦੇ ਵਿੱਚ ਰਿਲੇਸ਼ਨ। ਤਾਂ ਇਲੈਕਟ੍ਰਿਕ ਫੀਲਡ ਨੂੰ ਆਪਾਂ -dV/dr ਵੀ ਲਿਖਿਆ ਜਾ ਸਕਦਾ। ਠੀਕ ਹੈ, ਜਾਂ ਇਹਨੂੰ ਇਵੇਂ ਵੀ ਲਿਖਿਆ ਜਾਂਦਾ ਗ੍ਰੇਡੀਅੰਟ ਆਫ V, ਮਤਲਬ ਨੈਗੇਟਿਵ ਆਫ ਗ੍ਰੇਡੀਅੰਟ ਆਫ V ਇਜ਼ ਇਕੁਅਲ ਟੂ ਇਲੈਕਟ੍ਰਿਕ ਫੀਲਡ, ਯਾਨੀ ਕਿ ਆਪਣੇ ਕੋਲ ਜਿਹੜੀ ਪੋਟੈਂਸ਼ੀਅਲ ਹੁੰਦਾ ਇਲੈਕਟ੍ਰਿਕ ਪੋਟੈਂਸ਼ੀਅਲ ਉਹ ਸਕੇਲਰ ਕੁਆਂਟਿਟੀ ਹੁੰਦੀ ਹੈ। ਅਤੇ ਐਸ ਜਦੋਂ ਸਕੇਲਰ ਫੀਲਡ ਦਾ ਗ੍ਰੇਡੀਅੰਟ ਲੈਂਦੇ ਹਾਂ, ਠੀਕ ਹੈ, ਜਦੋਂ ਵੀ ਕਿਸੇ ਵੀ ਫੀਲਡ ਦਾ ਗ੍ਰੇਡੀਅੰਟ ਲੈਂਦੇ ਹਾਂ ਤਾਂ ਉਹ ਵੈਕਟਰ ਕੁਆਂਟਿਟੀ ਬਣ ਜਾਂਦੀ ਹੈ। ਤਾਂ ਸਕੇਲਰ ਫੀਲਡ ਦਾ ਜਿਹੜਾ ਗ੍ਰੇਡੀਅੰਟ ਹੋਏਗਾ ਉਹ ਕੀ ਹੋਏਗੀ ਆਪਣੇ ਕੋਲ ਇਲੈਕਟ੍ਰਿਕ ਫੀਲਡ ਹੋਏਗੀ। ठीक है, तो इलेक्ट्रिक फील्ड वी कैन राइट इलेक्ट्रिक फील्ड एज माइनस ऑफ ग्रेडियंट ऑफ इलेक्ट्रिक पोटेंशियल। ठीक है, तो इस चीज़ इवें भी लिखा जा सकता है, मतलब जे जो अपने इलेक्ट्रिक फील्ड का जो कंपोनेंट आंसर आएगा E इज इक्वल टू माइनस ऑफ करल V बाई करल X आई कैप प्लस करल V बाई करल Y जे कैप प्लस करल V बाई करल Z के कैप। ठीक है, तो अपने को आह जो बनया ठीक है, तो आह अपने को ਉਹਦਾ ਗ੍ਰੇਡੀਅੰਟ ਬਣ ਗਿਆ। ठीक है, उस तो बाद टर्म आती है कैपेसिटेंस, यानी कि कैपेसिटेंस की ही चीज़ होती है। तो कैपेसिटेंस किसी भी कंडक्टर की या किसी भी मटीरियल की चार्ज ਨੂੰ ਆਪਦੇ ਵਿੱਚ ਸਟੋਰ ਕਰਨ ਦੀ ਜਿਹੜੀ ਟੈਂਡੈਂਸੀ ਹੈ ਉਹਨੂੰ ਕੀ ਕਹਿੰਦੇ ਨੇ ਕੈਪੈਸਿਟੈਂਸ, ਯਾਨੀ ਕਿ ਐਬਿਲਿਟੀ ਟੂ ਸਟੋਰ ਚਾਰਜ। ਠੀਕ ਹੈ, ਕੈਪੈਸਿਟੈਂਸ ਨੂੰ C ਨਾਲ ਡਿਨੋਟ ਕਰਦੇ ਨੇ ਅਤੇ ਇਹਦੇ ਜਿਹੜੇ ਯੂਨਿਟ ਹੁੰਦੇ ਨੇ ਉਹ ਹੁੰਦੇ ਨੇ ਫੈਰਡ। ਠੀਕ ਹੈ, ਮਤਲਬ ਮੈਸੇ ਯੂਨਿਟ ਫੈਰਡ ਹੁੰਦੇ ਨੇ। ਠੀਕ ਹੈ, ਪਰ ਨੋਰਮਲੀ ਜਿਹੜੇ ਕੈਪੈਸਿਟਰ ਆਉਂਦੇ ਨੇ ਉਹ ਜਾਂ ਤਾਂ ਪਿਕੋ ਫੈਰਡ ਦੀ ਰੇਂਜ ਵਿੱਚ ਹੁੰਦੇ ਨੇ ਜਾਂ ਮਾਈਕਰੋ ਫੈਰਡ ਦੀ ਰੇਂਜ ਵਿੱਚ ਹੁੰਦੇ ਨੇ।
ਤੇ ਕੈਪੈਸਿਟੈਂਸ ਦਾ ਫਾਰਮੂਲਾ ਹੁੰਦਾ C ਇਜ਼ ਇਕੁਅਲ ਟੂ Q/V ਜਾਂ Q ਇਜ਼ ਇਕੁਅਲ ਟੂ CV। ਠੀਕ ਹੈ, ਇਹ ਆਪਣੇ ਕੋਲ ਦੋ ਫਾਰਮੂਲਾਜ਼ ਹੁੰਦੇ ਨੇ ਕੈਪੈਸਿਟਰ ਦੇ। ਠੀਕ ਹੈ, ਕਿਸੇ ਵੀ ਕੈਪੈਸਿਟਰ ਦੀ ਆਪਾਂ ਕੈਪੈਸਿਟੈਂਸ ਕਿੰਨਾ ਚਾਰਜ ਦਿੱਤਾ, ਉਹਦੇ ਨਾਲ ਉਹਦੇ ਵਿੱਚ ਕਿੰਨੀ ਵੋਲਟੇਜ ਜਾਂ ਕਿੰਨਾ ਪੋਟੈਂਸ਼ੀਅਲ ਇਨਕਰੀਜ਼ ਹੋਇਆ, ਉਸ ਚੀਜ਼ ਨੂੰ ਆਪਾਂ ਕੀ ਕਹਾਂਗੇ, ਕੈਪੈਸਿਟੈਂਸ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਹੈ ਟਾਈਪ ਆਫ ਕੈਪੈਸਿਟਰ, ਯਾਨੀ ਕਿ ਕੈਪੈਸਿਟਰ ਦੀਆਂ ਟਾਈਪਸ। ਤਾਂ ਕੈਪੈਸਿਟਰ ਨੋਰਮਲੀ ਆਪਣੇ ਕੋਲ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਫਸਟ ਪੈਰਲਲ ਪਲੇਟ ਕੈਪੈਸਿਟਰ, ਪੈਰਲਲ ਪਲੇਟ ਕੈਪੈਸਿਟਰ। ਦੂਸਰੇ ਹੁੰਦੇ ਨੇ ਸਿਲੰਡਰੀਕਲ ਕੈਪੈਸਿਟਰ, ਸਿਲੰਡਰੀਕਲ ਕੈਪੈਸਿਟਰ। ਤੇ ਤੀਸਰੇ ਜਿਹੜੇ ਹੁੰਦੇ ਨੇ ਉਹ ਨੇ ਸਫੈਰੀਕਲ। ਠੀਕ ਹੈ, ਜਿਹੜੇ ਪੈਰਲਲ ਪਲੇਟ ਕੈਪੈਸਿਟਰ ਹੁੰਦੇ ਨੇ ਉਹਦੇ ਵਿੱਚ ਦੋ ਪੈਰਲਲ, ਮਤਲਬ ਐਕਚੁਅਲੀ ਸਾਰੇ ਦੇ ਸਾਰੇ ਜਿਹੜੇ ਕੈਪੈਸਿਟਰ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ, ਮਤਲਬ ਦੋ ਪੈਰਲਲ ਪਲੇਟਸ ਹੁੰਦੀਆਂ ਨੇ। ਠੀਕ ਹੈ, ਮਤਲਬ ਪੈਰਲਲ ਹੋ ਸਕਦੀਆਂ ਨੇ ਜਾਂ ਮਤਲਬ ਜਿਵੇਂ ਸਿਲੰਡਰੀਕਲ ਵਿੱਚ ਦੋ ਸਿਲੰਡਰੀਕਲ ਪਲੇਟਸ ਹੁੰਦੀਆਂ ਨੇ, ਸਫੈਰੀਕਲ ਵਿੱਚ ਦੋ ਕੌਨਸੈਂਟਰਿਕ ਸਫੈਰੀਕਲ ਸ਼ੈਲ ਹੁੰਦੇ ਨੇ। ਠੀਕ ਹੈ, ਉਹਨਾਂ ਵਿੱਚੋਂ ਇੱਕ ਨੂੰ ਆਪਾਂ ਚਾਰਜ ਦਿੰਦੇ ਹਾਂ ਅਤੇ ਉਹਨਾਂ ਦੇ ਵਿਚਕਾਰ ਜਿਹੜਾ ਮਟੀਰੀਅਲ ਹੈ ਨਾ, ਵਿਚਕਾਰ ਕੋਈ ਵੀ ਇਨਸੂਲੇਟਰ ਫਿਲ ਕਰਿਆ ਹੁੰਦਾ। ਠੀਕ ਹੈ, ਉਹਨਾਂ ਦੇ ਵਿੱਚ ਜਿਹੜੀ ਜਗ੍ਹਾ ਹੈ ਆਹ ਵਾਲੀ, ਇਹਦੇ 'ਤੇ ਕੋਈ ਨਾ ਕੋਈ ਇਨਸੂਲੇਟਰ ਫਿਲ ਕਰਿਆ ਹੁੰਦਾ ਇਸ ਜਗ੍ਹਾ 'ਤੇ। ਠੀਕ ਹੈ, ਨੋਰਮਲੀ ਮਤਲਬ ਨੋਰਮਲ ਕੈਪੈਸਿਟਰ ਦੇ ਵਿੱਚ ਕੀ ਹੁੰਦਾ, ਆਪਾਂ ਏਅਰ ਯੂਜ਼ ਕਰ ਦਿੰਦੇ ਹਾਂ ਜਿਹੜੀ ਮਟੀਰੀਅਲ ਵਾਸਤੇ। ਠੀਕ ਹੈ, ਇੱਥੇ ਨੋਰਮਲ ਦੇ ਵਿੱਚ ਏਅਰ ਫਿਲ ਕਰੀ ਹੁੰਦੀ ਹੈ। ਠੀਕ ਹੈ, ਜਿਹੜੇ ਸਿਲੰਡਰੀਕਲ ਕੈਪੈਸਿਟਰ ਹੁੰਦੇ ਨੇ ਉਹਦੇ ਵਿੱਚ ਦੋ ਕੌਨਸੈਂਟਰਿਕ ਸਿਲੰਡਰ ਹੁੰਦੇ ਨੇ। ਠੀਕ ਹੈ, ਜਿਹਦੇ ਇੱਕ ਦਾ ਰੇਡੀਅਸ ਸਮਾਲ ਏ ਅਤੇ ਦੂਸਰੇ ਦਾ ਸਮਾਲ ਬੀ ਹੋਏਗਾ। ਸਫੈਰੀਕਲ ਦੇ ਵਿੱਚ ਕੀ ਹੁੰਦਾ, ਦੋ। ਠੀਕ ਹੈ, ਆਹ ਦੋ ਪਲੇਟਸ ਹੋ ਗਈਆਂ, ਇਹਨਾਂ ਵਿੱਚੋਂ ਇੱਕ ਜਿਹੜੀ ਬਾਹਰ ਵਾਲੀ ਹੈ ਉਹਨੂੰ ਆਪਾਂ ਕੀ ਕਰਿਆ ਹੁੰਦਾ, ਉਹਦੀ ਅਰਥਿੰਗ ਕਰੀ ਹੁੰਦੀ ਹੈ। ਅਤੇ ਵਿਚਕਾਰ ਇਹਨਾਂ ਸਾਰਿਆਂ ਦੇ ਵਿੱਚ ਕੀ ਹੈ, ਇੱਕ ਡਾਈ ਇਲੈਕਟ੍ਰਿਕ ਮਟੀਰੀਅਲ ਭਰਿਆ ਹੁੰਦਾ ਜਾਂ ਕੋਈ ਇਨਸੂਲੇਟਰ ਮਟੀਰੀਅਲ ਭਰਿਆ ਹੁੰਦਾ ਇਸ ਜਗ੍ਹਾ 'ਤੇ। ਮਤਲਬ ਇਸ ਜਗ੍ਹਾ 'ਤੇ ਕੋਈ ਵੀ ਇਨਸੂਲੇਟਿੰਗ ਮਟੀਰੀਅਲ ਫਿਲ ਕਰਿਆ ਹੁੰਦਾ। ਠੀਕ ਹੈ ਜੀ, ਇਹ ਸੀ ਕੈਪੈਸਿਟਰ। ਉਸ ਤੋਂ ਬਾਅਦ ਆਉਂਦਾ ਪੈਰਲਲ ਪਲੇਟ ਕੈਪੈਸਿਟਰ। ਤਾਂ ਪੈਰਲਲ ਪਲੇਟ ਕੈਪੈਸਿਟਰ ਹੁਣੇ ਆਪਾਂ ਡਿਸਕਸ ਕਰਿਆ। ਪੈਰਲਲ ਪਲੇਟ ਕੈਪੈਸਿਟਰ ਦੇ ਵਿੱਚ ਕੀ ਹੁੰਦਾ, ਜਿਹੜੀ ਦੋ ਪਲੇਟਸ ਆਪਸ ਦੇ ਵਿੱਚ ਇੱਕ ਦੂਜੇ ਦੇ ਪੈਰਲਲੀ ਅਰੇਂਜ ਕਰੀਆਂ ਹੁੰਦੀਆਂ ਨੇ। ਤਾਂ ਇਹਦੀ ਜਿਹੜੀ ਡਾਇਗਰਾਮ ਹੈ ਮੈਂ ਇੱਥੇ ਡਰਾ ਕਰ ਦਿੰਦਾ। ਠੀਕ ਹੈ, ਇਹਦੇ ਵਿੱਚ ਆਹ ਇੱਕ ਪਾਰਟ ਪੋਜ਼ੀਟਿਵ ਹੋਏਗਾ। ਠੀਕ ਹੈ, ਦੂਸਰੇ 'ਤੇ ਆਪਦੇ ਆਪੇ ਅੰਦਰਲੀ ਸਾਈਡ 'ਤੇ ਨੈਗੇਟਿਵ ਇੰਡਿਊਸ ਹੋ ਜਾਏਗਾ ਅਤੇ ਆਹ ਵਾਲੀ ਜਿਹੜੀ ਚਾਰਜ ਹੈ ਇਹਨੂੰ ਅਰਥਿੰਗ ਕਰਿਆ ਹੋਏਗਾ। ਠੀਕ ਹੈ, ਅਤੇ ਇਹਦੀ ਜਿਹੜੀ ਆਹ ਡਿਸਟੈਂਸ ਬਿਟਵੀਨ ਪਲੇਟਸ ਹੈ ਅਤੇ ਪਰ ਪਲੇਟ ਦਾ ਏਰੀਆ ਇਹ ਹੋਵੇ ਤਾਂ ਜਿਹੜੀ ਇਹਦੀ ਕੈਪੈਸਿਟੈਂਸ ਹੈ ਉਹ ਹੋਏਗੀ ਐਪਸਾਈਲਨ ਨੋਟ A/D। ਜਿਹੜੀ ਕਿਸੇ ਵੀ ਪੈਰਲਲ ਪਲੇਟ ਕੈਪੈਸਿਟਰ ਦੀ ਜਿਹੜੀ ਕੈਪੈਸਿਟੈਂਸ ਹੈ ਉਹ ਏਰੀਏ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਅਤੇ ਵਿਚਕਾਰ ਵਾਲੇ ਡਿਸਟੈਂਸ ਦੇ ਇਨਵਰਸਲੀ ਪ੍ਰਪੋਰਸ਼ਨਲ। ਜਿੰਨਾ ਡਿਸਟੈਂਸ ਜ਼ਿਆਦਾ ਹੋਏਗਾ ਉਨੀ ਕੈਪੈਸਿਟੈਂਸ ਥੋੜ੍ਹੀ ਹੋਏਗੀ, ਜਿੰਨਾ ਏਰੀਆ ਜ਼ਿਆਦਾ ਹੋਏਗਾ ਉਨੀ ਕੈਪੈਸਿਟੈਂਸ ਥੋੜ੍ਹੀ ਹੋਏਗੀ। ਅਤੇ ਜੇ ਇਹਦੇ ਵਿੱਚ ਆਪਾਂ ਕੋਈ ਮਟੀਰੀਅਲ ਐਡ ਕਰ ਦਿੰਦੇ ਹਾਂ ਕੇ, ਜਿਹਦਾ ਡਾਈਇਲੈਕਟ੍ਰਿਕ ਕਾਂਸਟੈਂਟ ਕੇ ਹੈ, ਤਾਂ ਫਿਰ ਜਿਹੜੀ ਉਹ ਓਨੇ ਟਾਈਮਸ ਹੀ ਜਿਹੜੀ ਕੈਪੈਸਿਟੀ ਹੈ ਵਧਾ ਦੇਗਾ। ਕੇ ਟਾਈਮਸ ਉਹਦਾ ਡਾਈਇਲੈਕਟ੍ਰਿਕ ਕਾਂਸਟੈਂਟ ਜਿੰਨਾ ਹੋਏਗਾ ਉਨੀ ਆਪਣੇ ਕੋਲ ਕੀ ਹੈ, ਇਹਦੀ ਵੈਲਿਊ ਵਧਾ ਦੇਗਾ। ਠੀਕ ਹੈ, ਇਹਦੀ ਜਿਹੜੀ ਵੈਲਿਊ ਹੈ ਉਹ ਉਨੀ ਤੱਕ ਵੱਧ ਜਾਏਗੀ। ਉਸ ਤੋਂ ਬਾਅਦ ਹੈ ਆਪਣੇ ਕੋਲ ਐਨਰਜੀ ਸਟੋਰਡ ਇਨ ਕੈਪੈਸਿਟਰ। ਮਤਲਬ ਕੈਪੈਸਿਟਰ ਦੇ ਵਿੱਚ ਜਿਹੜੀ ਐਨਰਜੀ ਸਟੋਰ ਹੈ, ਤਾਂ ਐਨਰਜੀ ਸਟੋਰ ਦੇ ਆਪਣੇ ਕੋਲ ਦੋ ਤਿੰਨ ਫਾਰਮੂਲਾਜ਼ ਹੁੰਦੇ ਨੇ। ਠੀਕ ਹੈ, ਐਨਰਜੀ ਸਟੋਰਡ ਇਨ ਕੈਪੈਸਿਟਰ ½ CV²। ਸੀ ਉਹਦੀ ਕੈਪੈਸਿਟੈਂਸ ਅਤੇ V ਉਹਦਾ
पोटेंशियल कितना लिया रहे हैं, या एक क्यू स्केयर बाय 2c। क्यू मतलब ਚਾਰਜ ਕਿੰਨਾ ਦੇ ਰਹੇ ਆ, ਤੇ c ਮਤਲਬ ਉਹਦੇ ਤੇ ਉਹਦੀ ਉਸ ਕੈਪੈਸਿਟਰ ਦੀ ਕੈਪੈਸਿਟੈਂਸ ਕਿੰਨੀ ਹੈ। ਠੀਕ ਹੈ, ਤੇ એનર્ਜੀ ਸਟੋਰਡ ਇਨ ਕੈਪੈਸਿਟਰ। ਉਸ ਤੋਂ ਬਾਅਦ ਹੈ ਕੈਪੈਸਿਟਰ ਕੰਬੀਨੇਸ਼ਨ। ਤੇ ਜਦੋਂ ਆਪਾਂ ਕੈਪੈਸਿਟਰ ਨੂੰ ਕੰਬਾਈਨ ਕਰਦੇ ਹਾਂ ਤਾਂ ਕੈਪੈਸਿਟਰ ਦੇ ਜਿਹੜੇ ਕੰਬੀਨੇਸ਼ਨ ਹੁੰਦੇ ਨੇ, ਮੇਨਲੀ ਦੋ ਤਰ੍ਹਾਂ ਦੇ ਕੰਬੀਨੇਸ਼ਨ ਆਪਾਂ ਪੜ੍ਹਦੇ ਹਾਂ। ਠੀਕ ਹੈ, ਕੈਪੈਸਿਟਰ ਸੀਰੀਜ਼ ਦੇ ਵਿੱਚ ਕੈਪੈਸਿਟਰ ਦਾ ਜਿਹੜਾ ਸਿੰਬਲ ਹੈ, ਆਹ ਕੈਪੈਸਿਟਰ ਦਾ ਸਿੰਬਲ ਹੈ। ਠੀਕ ਹੈ, ਤਾਂ ਉਹਨਾਂ ਨੂੰ ਇਵੇਂ ਕਨੈਕਟ ਕਰ ਦਿੱਤਾ ਜਾਵੇ ਤਾਂ ਆਹ ਸੀਰੀਜ਼ ਕੰਬੀਨੇਸ਼ਨ ਹੋ ਗਿਆ। ਠੀਕ ਹੈ, ਤਾਂ ਕੈਪੈਸਿਟਰ ਦੇ ਵਿੱਚ ਆਹ ਦੋਨੋਂ ਜਿਹੜੀਆਂ ਪਲੇਟਸ ਨੇ ਉਹ ਪੈਰਲਲ ਤੇ ਸੇਮ ਰੱਖੀਆਂ ਜਾਂਦੀਆਂ। ਜਿਹੜੀ ਸੈੱਲ ਜਾਂ ਬੈਟਰੀ ਦੇ ਵਿੱਚ ਇੱਕ ਵੱਡੀ ਇੱਕ ਛੋਟੀ, ਜਿਹੜੀ ਵੱਡੀ ਉਹ ਪੋਜ਼ੀਟਿਵ ਨੂੰ ਰਿਪਰੈਜ਼ੈਂਟ ਕਰਦੀ, ਛੋਟੀ ਉਹ ਨੈਗੇਟਿਵ ਨੂੰ ਰਿਪਰੈਜ਼ੈਂਟ ਕਰਦੀ। ਠੀਕ ਹੈ, ਕਰੰਟ ਐਸ ਪਾਸ ਤੋਂ ਜਾਏਗਾ। ਇਹਦੀ ਕੈਪੈਸਿਟੈਂਸ C1 ਹੈ, ਇਹਦੀ ਕੈਪੈਸਿਟੈਂਸ C2, ਇਹਦੀ ਕੈਪੈਸਿਟੈਂਸ C3 ਹੈ। ਤਾਂ ਜਿਹੜੀ ਟੋਟਲ ਕੈਪੈਸਿਟੈਂਸ ਸੀਰੀਜ਼ ਕੰਬੀਨੇਸ਼ਨ ਦੀ ਬਣੇਗੀ ਉਹ ਬਣੇਗੀ 1/C1, 1/C2 ਤੇ 1/C3। ਜੇ ਕੈਪੈਸਿਟਰ ਪੈਰਲਲ ਦੇ ਵਿੱਚ ਅਟੈਚ ਕਰੇ ਜਾਣ ਤਾਂ ਫਿਰ ਜਿਹੜੀ ਕੈਪੈਸਿਟੈਂਸ ਹੈ ਉਹ ਸਿੰਪਲੀ ਐਡ ਕਰ ਸਕਦੇ ਹਾਂ, C1 ਪਲੱਸ C2 ਪਲੱਸ C3। ਠੀਕ ਹੈ, ਇਹ ਕੈਪੈਸਿਟੈਂਸ ਐਡ ਕਰਨ ਦਾ ਫਾਰਮੂਲਾ। ਠੀਕ ਹੈ, ਆਹ ਸੀਰੀਜ਼ ਵਾਸਤੇ ਤੇ ਆਹ ਪੈਰਲਲ ਵਾਸਤੇ। ਠੀਕ ਹੈ, ਉਸ ਤੋਂ ਬਾਅਦ ਜਦੋਂ ਆਪਾਂ ਡਾਈ ਇਲੈਕਟ੍ਰਿਕ ਐਡ ਕਰਦੇ ਹਾਂ ਕੈਪੈਸਿਟਰ ਦੇ ਵਿੱਚ ਤਾਂ ਉਹਦੇ ਨਾਲ ਉਹਦੀ ਜਿਹੜੀ ਕੈਪੈਸਿਟੈਂਸ ਹੈ, ਡਾਈ ਇਲੈਕਟ੍ਰਿਕ ਉਹਦੀ ਕੈਪੈਸਿਟੈਂਸ ਇਨਕਰੀਜ਼ ਕਰਵਾ ਦਿੰਦਾ, ਕਿਉਂਕਿ ਪਹਿਲਾਂ ਕੈਪੈਸਿਟੈਂਸ ਆਹ ਹੁੰਦੀ ਹੈ ਤੇ ਡਾਈ ਇਲੈਕਟ੍ਰਿਕ ਐਡ ਹੋਣ ਤੋਂ ਬਾਅਦ ਜਿਹੜੀ ਕੈਪੈਸਿਟੈਂਸ ਹੈ ਉਹ ਆਹ ਬਣ ਜਾਂਦੀ। ਤਾਂ ਇੱਕ ਦੋਨਾਂ ਦੇ ਵਿੱਚ ਇੱਕ ਫੈਕਟਰ K ਦਾ ਫਰਕ ਪਿਆ। ਠੀਕ ਹੈ, ਤਾਂ ਨੋਰਮਲੀ ਆਪਾਂ ਜੇ ਵਾਟਰ ਦੀ ਗੱਲ ਕਰੀਏ, ਵਾਟਰ ਦਾ ਜਿਹੜਾ ਡਾਈ ਇਲੈਕਟ੍ਰਿਕ ਕਾਂਸਟੈਂਟ ਹੈ ਉਹ 80 ਹੁੰਦਾ ਹੈ। ਠੀਕ ਹੈ, ਜਾਂ ਮਾਈਕਾ ਸ਼ੀਟ ਵੀ ਯੂਜ਼ ਕਰਿਆ ਜਾ ਸਕਦਾ ਜਿਹਨਾਂ ਦਾ ਡਾਈ ਇਲੈਕਟ੍ਰਿਕ ਕਾਂਸਟੈਂਟ ਹੈ 10 ਤੋਂ 15 ਦੇ ਆਸ-ਪਾਸ ਹੁੰਦਾ। ਤਾਂ ਆਪਣੇ ਕੋਲ ਜਿਹੜੀ ਕੈਪੈਸਿਟੈਂਸ ਹੈ ਉਹ ਡਾਈ ਇਲੈਕਟ੍ਰਿਕ ਆਪਾਂ ਯੂਜ਼ ਕਰਾਂਗੇ ਤਾਂ ਜਿਹੜੀ ਆਪਣੀ ਕੋਲ ਕੈਪੈਸਿਟੈਂਸ ਹੈ ਉਹ ਕੀ ਹੋਊਗੀ, ਇਨਕਰੀਜ਼ ਹੋਊਗੀ। ਤੇ ਜਿੰਨੀ ਡਾਈ ਇਲੈਕਟ੍ਰਿਕ ਸਟਰੈਂਥ ਹੈਗੀ ਹੈ ਉਹਨੇ ਫੈਕਟਰ ਨਾਲ ਇਨਕਰੀਜ਼ ਹੋਊਗੀ, K ਟਾਈਮਸ ਹੈ। ਇਟ ਇਨਕਰੀਜ਼ਿਜ਼ K ਟਾਈਮ ਕੈਪੈਸਿਟੈਂਸ। ਕਿਸੇ ਕੈਪੈਸਿਟਰ ਦੀ ਕੈਪੈਸਿਟੈਂਸ K ਟਾਈਮਸ ਘਟਾ ਦਿੰਦੇ ਨੇ। ਠੀਕ ਹੈ ਜੀ, ਤਾਂ ਅੱਜ ਦੇ ਲੈਕਚਰ 'ਚ ਨਹੀਂ, ਇਸ ਤੋਂ ਬਾਅਦ ਕਰੰਟ ਇਲੈਕਟ੍ਰੀਸਿਟੀ ਤੇ ਮੈਗਨੇਟਿਜ਼ਮ ਵਾਲਾ ਟੋਪਿਕ ਦੀ ਵੀਡੀਓ ਜਲਦੀ ਅਪਲੋਡ ਕਰ ਦਿੱਤੀਆਂ ਜਾਣਗੀਆਂ। ਅਤੇ ਇਹਦੇ ਜਿਹੜੇ ਕੁਐਸਚਨਸ ਨੇ ਉਹ ਵੀ ਥੱਲੇ ਇਹਦੇ 'ਚ ਵਟਸਐਪ ਗਰੁੱਪ ਦਾ ਇੱਕ ਲਿੰਕ ਦੇ ਰੱਖਿਆ, ਲਿੰਕ ਵਿੱਚ ਜੁਆਇਨ ਹੋ ਅਤੇ ਮੈਕਸੀਮਮ ਕੁਐਸਚਨ ਕਰਵਾਏ ਜਾਣਗੇ। ਕੋਈ ਡਾਊਟ ਹੋਏ ਤਾਂ ਉਹ ਵੀ ਕਲੀਅਰ ਕਰੇ ਜਾਣਗੇ। ਠੀਕ ਹੈ ਜੀ, ਧੰਨਵਾਦ ਜੀ।